ਅੱਜ ਤੋਂ ਜੇ ਆਪਾਂ ਬੈਕ ਜਾਂਦੇ ਹਾਂ 5-10 ਸਾਲ ਪਹਿਲਾਂ, ਉਦੋਂ ਵਾਕਈ ਲੋਕੀ ਜੋ ਸੁਣਦੇ ਸੀ ਕਿਸੇ ਇੰਸ਼ੋਰੈਂਸ ਬਾਰੇ ਵੀ ਕੋਈ ਇੰਸ਼ੋਰੈਂਸ ਕਰਨ ਵਾਲਾ ਆ ਰਿਹਾ, ਲੋਕੀ ਕਹਿੰਦੇ ਯਾਰ ਛੱਡ ਪਰਾਂ ਯਾਰ, ਇਗਨੋਰ ਕਰਦੇ ਸੀ। ਪਰ ਜਿੱਦਾਂ ਜਿੱਦਾਂ ਟਾਈਮ ਚੇਂਜ ਹੁੰਦਾ ਸੀ, ਹੁਣ ਲੋਕੀ ਐਕਚੁਅਲੀ ਆਪ ਕਾਲ ਕਰਦੇ ਆ, ਤੁਹਾਨੂੰ ਦੱਸਦੇ ਆ ਓਕੇ ਵੀ ਅਸੀਂ ਤੁਹਾਡੇ ਬਾਰੇ ਸੁਣਿਆ ਸੀ, ਅਸੀਂ ਤੁਹਾਡੀ ਇੰਟਰਵਿਊ ਦੇਖੀ ਸੀ। ਤੁਸੀਂ ਕਿਹੜੀਆਂ ਸਰਵਿਸਿਜ਼ ਦਿੰਦੇ ਹੋ? ठीक है जी, लाइफ इंश्योरेंस होगी, क्रिटिकल इलनेस इंश्योरेंस होगी, डिसेबिलिटी इंश्योरेंस होगी, सुपर वीज़ा इंश्योरेंस, विजिटर इंश्योरेंस, RESP, RRSP, ये ਜਿਹੜੇ ਮੇਨ ਪ੍ਰੋਡਕਟਸ ਨੇ ਜੀ ਜਿਹੜੇ ਇੰਸ਼ੋਰੈਂਸ ਇੰਡਸਟਰੀ ਦੇ ਨਾਲ ਰਿਲੇਟਡ ਨੇ, ਇਹਨਾਂ ਸਾਰਿਆਂ ਦੀ ਸਰਵਿਸਿਜ਼ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਪ੍ਰੋਡਕਟ ਤੁਸੀਂ ਤੁਹਾਡੀ ਫੈਮਿਲੀ ਵਾਸਤੇ ਜਿਹੜਾ ਬੈਸਟ ਸੂਟਡ ਹੋਊਗਾ, ਤੁਹਾਨੂੰ ਉਹਦੇ ਬਾਰੇ ਪ੍ਰੋਪਰਲੀ। ਕਈ ਵਾਰ ਅਸੀਂ ਪ੍ਰੀਮੀਅਮ ਤੋਂ ਭੱਜ ਜਾਂਦੇ ਆ ਕਿ ਨਹੀਂ ਸਾਨੂੰ ਇੰਨੇ ਪੈਸੇ ਦੇਣੇ ਪੈਣਗੇ, ਐਵਰੀ ਮੰਥ ਸਾਨੂੰ ਖਰਚਾ ਦੇਣਾ ਪਊਗਾ, ਪਰ ਤੁਸੀਂ ਦੇਖੋ ਬੈਨੀਫਿਟ ਕਿੰਨਾ ਵੱਡਾ। ਗੱਲ ਕਰਦੇ ਜੀ ਪ੍ਰਾਈਸ ਦੀ, ਦੇਖੋ ਮੇਨ ਚੀਜ਼ ਇਹ ਹੁੰਦੀ ਹੈ, ਕਈ ਲੋਕੀ ਕਹਿੰਦੇ ਯਾਰ ਓਕੇ ਸਾਨੂੰ ਪਤਾ ਨਹੀਂ ਵੀ ਕਿੰਨੀਆਂ ਕੰਪਨੀਆਂ ਨੇ, ਉਹਨਾਂ ਦੇ ਕੀ ਰੇਟਸ ਨੇ। ਹੁਣ ਤੁਸੀਂ ਆਪ ਘਰੇ ਬੈਠੇ ਵੀ ਜਾ ਕੇ ਕੋਟ ਲੈ ਸਕਦੇ ਹੋ, ਸਾਰੀ ਇਨਫੋਰਮੇਸ਼ਨ ਜਿਹੜੀਆਂ ਡਿਫਰੈਂਟ ਕੰਪਨੀਜ਼, ਸਾਰੀਆਂ ਕੰਪਨੀਜ਼, ਮੇਜਰ ਕੰਪਨੀਜ਼ ਦੇ ਤੁਹਾਡੇ ਕੋਲ ਰੇਟ ਆ ਜਾਂਦੇ, ਤੁਸੀਂ ਆਈਡੀਆ ਲੈ ਸਕਦੇ ਹੋ ਵੀ ਮੇਰੀ ਕਾਸਟ ਕਿੰਨੀ ਪੈ ਰਹੀ ਹੈ। ਸੈਕੰਡਲੀ ਇਹ ਹੁੰਦਾ ਜੀ, ਹੁਣ ਹੋ ਸਕਦਾ ਤੁਹਾਡੀ ਜ਼ਰੂਰਤ ਹੋਵੇ ਵੀ ਓਕੇ ਮੈਨੂੰ $1 ਮਿਲੀਅਨ ਦੀ ਇੰਸ਼ੋਰੈਂਸ ਚਾਹੀਦੀ ਹੈ, ਜੇ ਮੈਂ ਤੁਹਾਨੂੰ ਕਹਾਂ ਨਹੀਂ ਜੀ ਤੁਸੀਂ ਲੱਖ ਵਾਲੀ ਕਰਾ ਲਓ ਜਾਂ $2 ਲੱਖ ਦੀ ਕਰਾ ਲਓ। ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ ਪਲਾਨ ਇੰਸ਼ੋਰੈਂਸ, ਪਲਾਨ ਯੂਅਰ ਫਿਊਚਰ। ਸੱਚਮੁੱਚ ਇੰਸ਼ੋਰੈਂਸ ਬਹੁਤ ਲਾਜ਼ਮੀ ਹੈ। ਹੁਣ ਇੰਸ਼ੋਰੈਂਸ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਕਦੋਂ ਕਰਵਾਈ ਜਾਣੀ ਚਾਹੀਦੀ ਹੈ, ਬਹੁਤ ਸਾਰੇ ਸਵਾਲ ਆ ਮਨਾਂ ਦੇ ਵਿੱਚ। ਉਹਨਾਂ ਸਵਾਲਾਂ ਦੇ ਲਈ ਅੱਜ ਗੱਲਬਾਤ ਕਰਾਂਗੇ ਅਮਰਿੰਦਰ ਨੱਡਾ ਜੀ ਦੇ ਨਾਲ। ਆਓ ਫਿਰ ਕਰੀਏ ਗੱਲਬਾਤ। ਐਜ਼ ਯੂ ਨੋ, ਅਸੀਂ ਪਹੁੰਚੇ ਹੋਏ ਹਾਂ ਪਲਾਨ ਇੰਸ਼ੋਰੈਂਸ ਦੇ ਆਫਿਸ ਤੇ। ਆਓ ਫਿਰ ਸਵਾਗਤ ਕਰਦੇ ਹਾਂ ਅਮਰਿੰਦਰ ਨੱਡਾ ਜੀ ਦਾ। ਅਮਰਿੰਦਰ ਜੀ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਸਾਂਝਾ ਦੇ ਵਿਊਅਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਅਸੀਂ ਤੁਹਾਡੇ ਆਫਿਸ ਆਏ ਹਾਂ ਤੇ ਸਵਾਗਤ ਅਸੀਂ ਤੁਹਾਡਾ ਕਰਦੇ ਹਾਂ। ਦੇਖ ਲਓ ਜੀ, ਤੁਹਾਡਾ ਸਵਾਗਤ ਇੱਥੇ, ਤੁਸੀਂ ਸਾਡਾ ਸਵਾਗਤ ਹਮੇਸ਼ਾ ਕਰਦੇ ਹੋ, ਅੱਜ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ। ਬਿਲਕੁਲ ਜੀ, ਥੈਂਕ ਯੂ ਜੀ। ਤੁਸੀਂ ਸਾਨੂੰ ਆਉਣ ਦਾ ਮੌਕਾ ਦਿੱਤਾ, ਦੱਸਣ ਦਾ ਮੌਕਾ ਦਿੱਤਾ ਕਿ ਕਿਸ ਤਰ੍ਹਾਂ ਦਾ ਆਫਿਸ ਆ ਤੁਹਾਡਾ। ਅੱਜ ਅਸੀਂ ਪਹਿਲੀ ਵਾਰ ਤੁਹਾਡੇ ਆਫਿਸ ਆਏ ਹਾਂ, ਸੋ ਇਟਸ ਰੀਅਲੀ ਨਾਈਸ ਆਫਿਸ। ਕੰਗ੍ਰੈਚੁਲੇਸ਼ਨਸ ਤੁਹਾਨੂੰ ਕਿ ਤੁਸੀਂ ਇੰਨਾ ਵਧੀਆ ਕੰਮ ਕਰਦੇ ਆ। ਨੱਡਾ ਜੀ, ਜਿੱਦਾਂ ਅਸੀਂ ਕਰਦੇ ਹਾਂ ਗੱਲ ਇੰਸ਼ੋਰੈਂਸ ਦੀ, ਸਭ ਤੋਂ ਪਹਿਲਾਂ ਹੀ ਮੈਂ ਇਹ ਗੱਲ ਕਰੂੰਗੀ ਕਿ ਜਦੋਂ ਹੀ ਅਸੀਂ ਇੰਸ਼ੋਰੈਂਸ ਦਾ ਨਾਂ ਲੈਂਦੇ ਹਾਂ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਨਾ, ਜਿਵੇਂ ਬਾਕੀ ਚੀਜ਼ਾਂ ਨੂੰ ਲੈ ਕੇ ਸਟਿਗਮਾ ਹੁੰਦਾ ਨਾ, ਉਹ ਇੰਸ਼ੋਰੈਂਸ ਨੂੰ ਲੈ ਕੇ ਹੁੰਦਾ। ਤੁਸੀਂ ਨੋਟ ਕੀਤਾ ਕਦੇ? ਹਾਂਜੀ ਬਿਲਕੁਲ ਜੀ। ਦੇਖੋ ਹਮੇਸ਼ਾ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਖਾਸ ਕਰਕੇ ਗੱਲ ਕਰਦੇ ਹਾਂ ਜੀ, ਅੱਜ ਤੋਂ ਜੇ ਆਪਾਂ ਬੈਕ ਜਾਂਦੇ ਹਾਂ 5-10 ਸਾਲ ਪਹਿਲਾਂ, ਉਦੋਂ ਵਾਕਈ ਲੋਕੀ ਜੋ ਸੁਣਦੇ ਸੀ ਕਿਸੇ ਇੰਸ਼ੋਰੈਂਸ ਬਾਰੇ ਵੀ ਕੋਈ ਇੰਸ਼ੋਰੈਂਸ ਕਰਨ ਵਾਲਾ ਆ ਰਿਹਾ, ਲੋਕੀ ਕਹਿੰਦੇ ਯਾਰ ਛੱਡ ਪਰਾਂ ਯਾਰ, ਇਗਨੋਰ ਕਰਦੇ ਸੀ। ਪਰ ਜਿੱਦਾਂ ਜਿੱਦਾਂ ਟਾਈਮ ਚੇਂਜ ਹੁੰਦਾ ਜੀ, ਹੁਣ ਖਾਸ ਕਰਕੇ ਪੈਂਡੈਮਿਕ ਦੇ ਦੌਰਾਨ ਵੀ ਲੋਕਾਂ ਨੂੰ ਇੰਸ਼ੋਰੈਂਸ ਦੀ ਜਿੱਦਾਂ ਇੰਪੋਰਟੈਂਸ ਆ ਉਹ ਸਮਝ ਆਉਣ ਲੱਗ ਗਈ ਜੀ। ਅਤੇ ਨਾਲ ਜਦੋਂ ਆਪਾਂ ਹੁਣ ਇੱਦਾਂ ਦੇ ਸ਼ੋਅ ਕਰਦੇ ਹਾਂ ਜੀ, ਆਪਾਂ ਲੋਕਾਂ ਨੂੰ ਅਵੇਅਰਨੈਸ ਦੇਖਦੇ ਹਾਂ, ਉਹ ਉੱਦਾਂ ਲੋਕੀ ਹੋਰ ਅਵੇਅਰ ਹੋ ਰਹੇ ਨੇ। ਸੋ ਉਹਦੇ ਨਾਲ ਕੀ ਹੋ ਰਿਹਾ ਜੀ, ਬੇਸਿਕਲੀ ਜਦੋਂ ਆਪਾਂ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ, ਲੋਕੀ ਉਹ ਲਾਈਕ ਕਰਦੇ ਆ ਜੀ। ਸੋ ਹੁਣ ਇਸ ਸਟੇਜ 'ਤੇ ਪਹੁੰਚ ਚੁੱਕੇ ਹਾਂ ਕਿ ਉਹ ਜਿਹੜਾ ਅੱਗੇ ਹੁੰਦਾ ਸੀਗਾ ਇੱਕ ਵੀ ਇੰਸ਼ੋਰੈਂਸ ਵਾਲਿਆਂ ਨੂੰ ਦੇਖ ਕੇ ਭੱਜਣ ਵਾਲਾ ਕੰਮ, ਉਹ ਕਾਫੀ ਘੱਟ ਗਿਆ ਜੀ। ਹੁਣ ਲੋਕੀ ਐਕਚੁਅਲੀ ਆਪ ਕਾਲ ਕਰਦੇ ਆ, ਤੁਹਾਨੂੰ ਦੱਸਦੇ ਆ ਓਕੇ ਵੀ ਅਸੀਂ ਤੁਹਾਡੇ ਬਾਰੇ ਸੁਣਿਆ ਸੀ, ਅਸੀਂ ਤੁਹਾਡੀ ਇੰਟਰਵਿਊ ਦੇਖੀ ਸੀ, ਸਾਨੂੰ ਆਹ ਇੰਸ਼ੋਰੈਂਸ ਪ੍ਰੋਡਕਟ ਬਾਰੇ ਦੱਸੋ। ਸੋ ਉਹ ਚੀਜ਼ ਕਰਕੇ ਜੀ ਹੁਣ ਕਾਫੀ ਜਿਹੜਾ ਆ ਫਰਕ ਪੈ ਰਿਹਾ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਇੱਦਾਂ ਹੀ ਚੱਲਦਾ ਰਿਹਾ ਜੀ, ਹੋਪਫੁਲੀ ਹੋਰ ਵੀ ਸੁਖਾਲਾ ਹੋ ਜਾਊਗਾ ਇੰਸ਼ੋਰੈਂਸ ਇੰਡਸਟਰੀ ਵਾਸਤੇ। ਨੌਲੇਜ ਇਜ਼ ਪਾਵਰ, ਜਿੰਨੀ ਨੌਲੇਜ ਹੋਵੇ ਉਨਾ ਹੀ ਤੁਹਾਡੇ ਵਾਸਤੇ ਵਧੀਆ ਰਹਿੰਦਾ ਆ। ਪਰ ਤੁਸੀਂ ਹਮੇਸ਼ਾ ਹੀ ਸਾਨੂੰ ਐਕਸਪਲੇਨ ਕਰਕੇ ਦੱਸਦੇ ਆ ਕਿ ਕੀ ਸਾਨੂੰ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਕੀ ਕੁਝ ਦੇਖਣਾ ਚਾਹੀਦਾ। ਤੁਸੀਂ ਕਿਹੜੀਆਂ ਸਰਵਿਸਿਜ਼ ਦਿੰਦੇ ਆ? ਹਾਂਜੀ ਬਿਲਕੁਲ, ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ, ਹੁਣ ਇਸ ਆਫਿਸ ਦੇ ਵਿੱਚੋਂ ਜੀ ਆਪਾਂ ਜੇ ਗੱਲ ਸ਼ੁਰੂ ਕਰਦੇ ਹਾਂ ਲਾਈਫ ਇੰਸ਼ੋਰੈਂਸ ਤੋਂ, ਠੀਕ ਹੈ ਜੀ। ਲਾਈਫ ਇੰਸ਼ੋਰੈਂਸ ਹੋ ਗਈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈ, ਡਿਸੇਬਿਲਿਟੀ ਇੰਸ਼ੋਰੈਂਸ ਹੋ ਗਈ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ,
ਇੰਸ਼ੋਰੈਂਸ, RESP, RRSP, ਇਹ ਜਿਹੜੇ ਮੇਨ ਪ੍ਰੋਡਕਟਸ ਨੇ ਜੀ ਜਿਹੜੇ ਇੰਸ਼ੋਰੈਂਸ ਇੰਡਸਟਰੀ ਦੇ ਨਾਲ ਰਿਲੇਟਡ ਨੇ, ਇਹਨਾਂ ਸਾਰਿਆਂ ਦੀ ਸਰਵਿਸਿਜ਼ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਸੋ ਹੁਣ ਜਦੋਂ ਆਪਾਂ ਇੱਕ ਟੌਪਿਕ ਵੀ ਫੜ ਲਈਏ ਲਾਈਫ ਇੰਸ਼ੋਰੈਂਸ, ਉਹਦੇ ਅੰਡਰ ਹੀ ਹੁਣ ਕਾਫੀ ਆਪਸ਼ਨਸ ਆ ਜਾਂਦੀਆਂ ਜੀ। ਉਹਦੇ ਅੰਡਰ ਹੁਣ ਟਰਮ ਇੰਸ਼ੋਰੈਂਸ ਆ ਜਾਂਦੀ ਹੈ, ਉਹਦੇ ਅੰਡਰ ਲਾਈਕ ਹੋਲ ਲਾਈਫ ਇੰਸ਼ੋਰੈਂਸ ਆ ਜਾਂਦੀ ਹੈ, ਯੂਨੀਵਰਸਲ ਲਾਈਫ ਇੰਸ਼ੋਰੈਂਸ ਆ ਜਾਂਦੀ ਹੈ। ਸੋ ਡਿਫਰੈਂਟ ਪ੍ਰੋਡਕਟਸ ਨੇ। ਸੋ ਪਰ ਅਗੇਨ ਜਿਹੜਾ ਗੋਲ ਹੈ ਜੀ ਇੱਥੇ ਪਲਾਨ ਇੰਸ਼ੋਰੈਂਸ ਦੇ, ਉਹ ਇਹੀ ਹੈ ਕਿ ਜਿਹੜਾ ਵੀ ਪ੍ਰੋਡਕਟ ਤੁਸੀਂ ਤੁਹਾਡੀ ਫੈਮਿਲੀ ਵਾਸਤੇ ਜਿਹੜਾ ਬੈਸਟ ਸੂਟਡ ਹੋਊਗਾ, ਤੁਹਾਨੂੰ ਉਹਦੇ ਬਾਰੇ ਪ੍ਰੋਪਰਲੀ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਇਹ ਨਹੀਂ ਹੁੰਦਾ ਵੀ ਓਕੇ ਲਾਈਕ ਦੇਖਾ ਦੇਖੀ ਵਾਲਾ ਕੰਮ ਨਹੀਂ ਜੋ ਸ਼ੁਰੂ ਤੋਂ ਨਹੀਂ ਕੀਤਾ। ਬਿਲਕੁਲ, ਯੂ ਹੈਵ ਟੂ ਮੇਕ ਟਾਈਮ ਕੱਢ ਕੇ ਤੁਹਾਨੂੰ ਆਉਣਾ ਪੈਣਾ, ਯੂ ਹੈਵ ਟੂ ਸਿਟ ਹੀਅਰ, ਇੱਥੇ ਟੇਬਲ ਤੇ ਬਹਿਣਾ ਪੈਣਾ ਐਂਡ ਤੁਹਾਨੂੰ ਦੱਸਣਾ ਪੈਣਾ ਕਿ ਮੇਰੀਆਂ ਆਹ ਰਿਕੁਆਇਰਮੈਂਟਸ ਹੈਗੀਆਂ ਨੇ, ਮੇਰਾ ਮੇਰਾ ਹੁਣ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਆ, ਸੋ ਉਸ ਅਕੋਰਡਿੰਗ ਦੇ ਮੈਨੂੰ ਇੰਸ਼ੋਰੈਂਸ ਮਿਲ ਜਾਵੇ। ਸੋ ਜਿਵੇਂ ਤੁਸੀਂ ਸੱਚ ਕਿਹਾ ਕਿ ਇਹ ਨਹੀਂ ਕਿ ਹਾਂ ਮੇਰੇ ਨੇਬਰ ਨੂੰ ਤੁਸੀਂ ਆਹ ਦਿੱਤੀ ਆ ਜਾਂ ਮੇਰੇ ਫਰੈਂਡ ਨੂੰ ਆਹ ਵਾਲੀ ਇੰਸ਼ੋਰੈਂਸ ਦਿੱਤੀ ਤਾਂ ਮੈਨੂੰ ਵੀ ਉਹ ਵਾਲੀ ਇੰਸ਼ੋਰੈਂਸ। ਹਾਂਜੀ ਬਿਲਕੁਲ ਜੀ। ਨਾਲੇ ਦੇਖੋ ਅਰਸ਼ੀ, ਇਹ ਸਾਰਾ ਜਿਹੜਾ ਹੈ ਨਾ ਇਹ ਨੀਡ ਬੇਸਡ, ਜਿਹਦਾ ਆਪਾਂ ਜ਼ਰੂਰਤ ਮੁਤਾਬਕ ਤੁਹਾਡਾ ਹੋਣੀ ਚਾਹੀਦੀ ਹੈ ਡਿਜ਼ਾਈਨ। ਸੋ ਕੋਈ ਵੀ ਪਲਾਨ ਆ, ਜਿੱਦਾਂ ਤੁਸੀਂ ਦੱਸਿਆ ਵੀ ਆਫਿਸ ਆ ਕੇ ਹੁਣ ਤਾਂ ਲਾਈਕ ਟੈਕਨੋਲੋਜੀ ਇੰਨੀ ਹੋ ਗਈ ਹੈ ਜੀ। ਜੇ ਆਪਾਂ ਹੁਣ ਵੈਬਸਾਈਟ ਦੀ ਗੱਲ ਕਰਦੇ ਹਾਂ, ਇੱਥੇ ਆਪਾਂ ਖੋਲੀ ਹੋਈ ਬੈਕ ਐਂਡ ਤੇ, ਸੋ ਇਹਦੇ ਵਿੱਚ ਜੀ ਹੁਣ ਇਦਾਂ ਦੇ ਆਪਸ਼ਨਸ ਆ ਗਏ ਨੇ। ਗੈਟ ਅ ਕੋਟ ਫੀਚਰ ਹੈ ਜੀ ਜਿਹੜਾ, ਠੀਕ ਹੈ। ਸੋ ਇਹਦੇ ਵਿੱਚ ਬੇਸਿਕਲੀ ਕੀ ਹੈ ਜੀ, ਇੱਦਾਂ ਜਦੋਂ ਆਪਾਂ ਨੂੰ ਕਲਿੱਕ ਕਰਦੇ ਹਾਂ, ਖੋਲ ਜਾਂਦਾ ਜੀ ਇੱਕ ਫਾਰਮ। ਸੋ ਤੁਸੀਂ ਇਹਦੇ ਵਿੱਚ ਕੋਈ ਆਪਣੀ ਇਨਫੋਰਮੇਸ਼ਨ ਨਹੀਂ ਪਾਉਣ ਦੀ ਲੋੜ, ਸਿਰਫ ਤੁਸੀਂ ਆਪਣਾ ਡੇਟ ਆਫ ਬਰਥ ਪਾਉਣਾ ਹੈ। ਓਕੇ, ਨੇਮ, ਫੋਨ ਨੰਬਰ, ਈਮੇਲ ਕੋਈ ਤੁਹਾਨੂੰ ਪਾਉਣ ਦੀ ਲੋੜ ਨਹੀਂ ਹੈਗੀ। ਤੁਸੀਂ ਕੋਈ ਇਨਫੋਰਮੇਸ਼ਨ ਤੁਹਾਡੀ ਕਿਤੇ ਸ਼ੇਅਰ ਨਹੀਂ ਹੋ ਰਹੀ, ਸਿਰਫ ਤੁਸੀਂ ਆਪਣਾ ਡੇਟ ਆਫ ਬਰਥ ਪਾਉਣਾ ਹੈ, ਮੇਲ ਫੀਮੇਲ, ਤੇ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਹੋ। ਜੇ ਆਪਾਂ ਹੁਣ ਗੱਲ ਕਰਦੇ ਹਾਂ ਜੀ, ਜੇ ਆਪਾਂ ਆਲ ਪ੍ਰੋਵਿੰਸ ਵੀ ਛੱਡ ਸਕਦੇ ਹੋ। ਜੇ ਤੁਸੀਂ ਸਿਰਫ ਬ੍ਰਿਟਿਸ਼ ਕੋਲੰਬੀਆ ਕਲਿੱਕ ਕਰਨੀ ਹੈ, ਕਿਸੇ ਨੇ 5 ਲੱਖ ਦੀ ਇੰਸ਼ੋਰੈਂਸ ਲੈਣੀ ਹੈ 20 ਸਾਲ ਦੀ, ਐਂਡ ਦੈਨ ਵੀ ਹਿੱਟ ਗੈਟ ਅ ਕੋਟ। ਹੁਣ ਜਦੋਂ ਆਪਾਂ ਇਹ ਹਿੱਟ ਕਰਦੇ ਹਾਂ ਜੀ, ਵਿਦਨ ਲਾਈਕ ਸੈਕਿੰਡਸ ਯੂ ਵਿਲ ਸੀ ਲਾਈਕ ਆ ਸਾਰੀਆਂ ਜਿੰਨੀਆਂ ਮੇਜਰ ਕੰਪਨੀਜ਼ ਨੇ ਜੀ, ਇਹਨਾਂ ਸਾਰਿਆਂ ਦੇ ਰੇਟ ਤੁਹਾਡੇ ਕੋਲ ਆ ਜਾਂਦੇ ਆ ਜੀ। ਦੇਖੋ ਇੰਨੀ ਜ਼ਿਆਦਾ ਇੰਸ਼ੋਰੈਂਸ ਵੀ ਨਹੀਂ ਹੈਗੀ, ਬਹੁਤ ਥੋੜੀ ਹੈਗਾ। ਇੰਨਾ ਕਈ ਵਾਰ ਅਸੀਂ ਪ੍ਰੀਮੀਅਮ ਤੋਂ ਭੱਜ ਜਾਂਦੇ ਆ ਕਿ ਨਹੀਂ ਸਾਨੂੰ ਇੰਨੇ ਪੈਸੇ ਦੇਣੇ ਪੈਣਗੇ, ਐਵਰੀ ਮੰਥ ਸਾਨੂੰ ਖਰਚਾ ਦੇਣਾ ਪਊਗਾ, ਪਰ ਤੁਸੀਂ ਦੇਖੋ ਬੈਨੀਫਿਟ ਕਿੰਨਾ ਵੱਡਾ। ਬਿਲਕੁਲ। ਸੋ ਇਹੀ ਚੀਜ਼ਾਂ ਜੀ, ਜਦੋਂ ਹੁਣ ਦੇਖੋ ਆਪਾਂ ਜਦੋਂ ਕੋਈ ਗੱਲ ਕਰਦੇ ਜੀ ਪ੍ਰਾਈਸ ਦੀ, ਦੇਖੋ ਮੇਨ ਚੀਜ਼ ਇਹ ਹੁੰਦੀ ਹੈ, ਕਈ ਲੋਕੀ ਕਹਿੰਦੇ ਯਾਰ ਵੀ ਓਕੇ ਸਾਨੂੰ ਪਤਾ ਨਹੀਂ ਵੀ ਕਿੰਨੀਆਂ ਕੰਪਨੀਜ਼ ਨੇ, ਉਹਨਾਂ ਦੇ ਕੀ ਰੇਟਸ ਨੇ। ਹੁਣ ਤੁਸੀਂ ਆਪ ਘਰੇ ਬੈਠੇ ਵੀ ਜਾ ਕੇ ਕੋਟ ਲੈ ਸਕਦੇ ਹੋ, ਸਾਰੀ ਇਨਫੋਰਮੇਸ਼ਨ ਜਿਹੜੀਆਂ ਡਿਫਰੈਂਟ ਕੰਪਨੀਜ਼, ਸਾਰੀਆਂ ਕੰਪਨੀਜ਼ ਮੇਜਰ ਕੰਪਨੀਜ਼ ਦੇ ਤੁਹਾਡੇ ਕੋਲ ਰੇਟ ਆ ਜਾਂਦੇ, ਤੁਸੀਂ ਆਈਡੀਆ ਲੈ ਸਕਦੇ ਹੋ ਵੀ ਮੇਰੀ ਕਾਸਟ ਕਿੰਨੀ ਪੈ ਰਹੀ ਹੈ। ਸੈਕੰਡਲੀ ਇਹ ਹੁੰਦਾ ਜੀ, ਜਦੋਂ ਸਿਰਫ ਆਪਾਂ ਕਾਸਟ ਫੈਕਟਰ ਨਹੀਂ, ਆਪਾਂ ਨਾਲ ਇਹ ਵੀ ਦੇਖਣਾ ਵੀ ਉਹ ਵਾਕਈ ਕੰਪਨੀ ਤੁਹਾਡੇ ਤੇ ਤੁਹਾਡੀ ਫੈਮਿਲੀ ਵਾਸਤੇ ਫਿੱਟ ਵੀ ਹੈਗੀ ਹੈ ਕਿ ਨਹੀਂ ਹੈਗੀ, ਰਾਈਟ। ਸੋ ਹੁਣ ਹੋ ਸਕਦਾ ਤੁਹਾਡੀ ਜ਼ਰੂਰਤ ਹੋਵੇ ਵੀ ਓਕੇ ਮੈਨੂੰ $1 ਮਿਲੀਅਨ ਦੀ ਇੰਸ਼ੋਰੈਂਸ ਚਾਹੀਦੀ ਹੈ, ਜੇ ਮੈਂ ਤੁਹਾਨੂੰ ਕਹਾਂ ਨਹੀਂ ਜੀ ਤੁਸੀਂ ਲੱਖ ਵਾਲੀ ਕਰਾ ਲਓ ਜਾਂ $2 ਲੱਖ ਦੀ ਕਰਵਾ ਲਓ, ਉਹ ਤੁਹਾਡੇ ਵਾਸਤੇ ਇਨਫ ਨਹੀਂ ਹੈਗੀ। ਸੋ ਆਪਾਂ ਇਹ ਵੀ ਦੇਖਣਾ ਹੈ ਕਿ ਤੁਹਾਡੇ ਵਾਸਤੇ ਟਰਮ ਇੰਸ਼ੋਰੈਂਸ ਬੈਟਰ ਆਪਸ਼ਨ ਆ ਕਿ ਤੁਹਾਡੇ ਵਾਸਤੇ ਹੋਲ ਲਾਈਫ, ਜੇ ਤੁਹਾਨੂੰ ਕੈਸ਼ ਬੈਕ ਚਾਹੀਦੀ ਹੈ। ਸੋ ਅਲੱਗ-ਅਲੱਗ ਆਪਸ਼ਨਸ ਹੈਗੀਆਂ ਨੇ ਜੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਹੁਣ ਤੱਕ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਜੀ, ਤੁਸੀਂ ਜੇ ਕਿਸੇ ਨੇ ਆਨਲਾਈਨ ਕਰਨਾ, ਆਨਲਾਈਨ ਜਾ ਕੇ ਕਰ ਸਕਦਾ। ਜੇ ਕਿਸੇ ਨੇ ਫੋਨ ਤੇ ਇਨਫੋਰਮੇਸ਼ਨ ਲੈਣੀ ਹੈ, ਟੈਕਸਟ ਦੇ ਥਰੂ ਇਨਫੋਰਮੇਸ਼ਨ ਲੈਣੀ ਹੈ, ਜੇ ਕਿਸੇ ਨੇ ਮਿਲਣਾ ਜੀ ਆ ਕੇ ਆਫਿਸ, ਬਿਲਕੁਲ ਜੀ ਸਦਕੇ ਇੱਥੇ ਆ ਕੇ ਵੀ ਮਿਲ ਸਕਦੇ ਆ। ਸੋ ਸਾਰੀਆਂ ਆਪਸ਼ਨਸ ਆਪਾਂ ਪ੍ਰੋਵਾਈਡ ਕਰਾਈ ਦੀਆਂ, ਸਿਰਫ ਇੱਕ ਤੇ ਫੋਕਸ ਨਹੀਂ ਗਾ। ਸੋ ਇਹ ਨਹੀਂ ਗਾ ਵੀ ਇਕੱਲਾ ਆਨਲਾਈਨ ਹੀ ਫੋਕਸ ਆ, ਜਾਂ ਇਕੱਲਾ ਐਪ ਤੇ ਹੀ ਫੋਕਸ ਆ, ਜਾਂ ਇਕੱਲਾ ਹੀ ਫੋਨ ਤੇ ਫੋਕਸ ਆ। ਆਪਾਂ ਸਾਰੀਆਂ ਚੀਜ਼ਾਂ ਦੇਖ ਕੇ ਤੁਹਾਡੀ ਜ਼ਰੂਰਤ ਮੁਤਾਬਕ ਜਿਹੜਾ ਤੁਹਾਨੂੰ ਫਿੱਟ ਬੈਠਦੀ ਹੈ। ਹੁਣ ਜੇ ਤੁਹਾਡੇ ਲਈ ਕਨਵੀਨੀਅੰਟ ਹੈ ਵੀ ਤੁਸੀਂ ਆਫਿਸ ਆ ਸਕਦੇ ਹੋ, ਤੁਸੀਂ ਇੱਥੇ ਮਿਲ ਕੇ ਕਰਨਾ ਚਾਹੁੰਦੇ ਹੋ, ਵੈਰੀ ਗੁੱਡ। ਹੁਣ ਬਹੁਤ ਸਾਰੇ ਕਲਾਇੰਟ ਨੇ ਜੀ ਜਿਹੜੇ ਆਈਲੈਂਡ ਤੇ ਨੇ ਜਾਂ ਇੰਟੀਰੀਅਰ 'ਚ ਨੇ, ਲਾਈਕ ਉਹ ਕਹਿੰਦੇ ਯਾਰ ਵੀ ਸਾਡੇ ਕੋਲ ਆ ਨਹੀਂ ਸਕਦੇ, ਵੀ ਸਾਨੂੰ ਫੋਨ ਤੇ ਜਾਂ ਜ਼ੂਮ ਕਾਲ ਕਰ ਲਓ। ਸੋ ਇਸ ਕਰਕੇ ਸੈਟਅਪ ਇੱਦਾਂ ਕੀਤਾ ਹੋਇਆ ਜੀ। ਸੋ ਇਟਸ ਵੈਰੀ ਈਜ਼ੀ, ਚਾਹੇ ਜ਼ੂਮ ਕਾਲ ਆ, ਚਾਹੇ ਆਨਲਾਈਨ, ਚਾਹੇ ਫੋਨ ਤੇ ਜਾਂ ਟੈਕਸਟ ਤੇ, ਸਾਰੀਆਂ ਜਿਹੜੀਆਂ ਆਪਸ਼ਨਸ ਨੇ ਉਹ ਅਵੇਲੇਬਲ ਕਰਾਈ ਦੀਆਂ। ਟ੍ਰਾਂਸਪੇਰੈਂਟ ਹੈ ਸਾਰਾ ਕੁਝ, ਇਹ ਨਹੀਂ ਹੈ ਕਿ ਕੁਝ ਲੁਕੋ ਕੇ ਰੱਖਿਆ ਗਿਆ ਤੁਹਾਡੇ ਤੋਂ। ਸੋ ਸਮਟਾਈਮਸ ਹੁੰਦਾ ਹੈ ਕਿ ਅੱਛਾ ਕਲੇਮ ਦੇਣ ਵਾਰੀ ਹੁਣ ਇੰਸ਼ੋਰੈਂਸ ਵਾਲੇ ਐਡਵਾਈਜ਼ਰ ਫੋਨ ਨਹੀਂ ਚੁੱਕਦੇ, ਹੁਣ ਕਲੇਮ ਨਹੀਂ ਮਿਲਿਆ, ਪਰ ਪਹਿਲਾਂ ਤੁਹਾਨੂੰ ਬੈਠ ਕੇ ਇਹ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਵੀ ਮੈਨੂੰ ਕਲੇਮ ਮਿਲੂਗਾ, ਕਿੰਨਾ ਮਿਲੂਗਾ। ਸਮਟਾਈਮਸ ਕੀ ਹੁੰਦਾ ਕਮਿਊਨਿਟੀ ਦੇ ਵਿੱਚ ਕਈ ਵਾਰ, ਬਹੁਤ ਹੁਣ ਤਾਂ ਲੋਕਾਂ ਕੋਲ ਨੌਲੇਜ ਆ, ਪਰ ਕਈ ਵਾਰੀ ਅਸੀਂ ਕੁਐਸਚਨ ਪੁੱਛਣ ਤੋਂ ਵੀ ਡਰਦੇ ਆ, ਜਾਂ ਅਸੀਂ ਕਹਿ ਦਿੰਦੇ ਆ ਵੀ ਪਤਾ ਨਹੀਂ ਕੀ ਦੱਸਣਗੇ, ਚਲੋ ਛੱਡੋ, ਤੁਸੀਂ ਸਾਨੂੰ ਆਹ ਵਾਲੀ ਇੰਸ਼ੋਰੈਂਸ ਚਾਹੀਦੀ ਹੈ ਕਰ ਦਿਓ ਬਸ। ਸੋ ਕੁਐਸਚਨ ਜਿਹੜੇ ਨੇ ਉਹ ਜ਼ਿਆਦਾ ਪੁੱਛਣੇ ਚਾਹੀਦੇ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਅਰਸ਼ੀ। ਦੇਖੋ ਜਦੋਂ ਵੀ ਆਪਾਂ ਇੰਸ਼ੋਰੈਂਸ ਪ੍ਰੋਡਕਟ ਦੀ ਖਾਸ ਕਰਕੇ ਗੱਲ ਕਰਦੇ ਹਾਂ ਜੀ, ਜਿੰਨੀ ਤੁਹਾਨੂੰ ਨੌਲੇਜ ਹੋਏਗੀ ਉਹਨਾਂ ਤੁਹਾਡੇ ਵਾਸਤੇ ਈਜ਼ੀ ਆ ਉਹ। ਹੁਣ ਜਿਹੜੀਆਂ ਇਨਵੈਸਟਮੈਂਟਸ ਨੇ ਜੀ, ਜਾਂ ਕੋਈ ਵੀ ਆਪਾਂ ਇੰਸ਼ੋਰੈਂਸ ਕਰਵਾ ਰਿਹਾ, ਕੋਈ 20 ਸਾਲ 30 ਸਾਲ ਲਾਈਫ ਟਾਈਮ ਵਾਸਤੇ ਕਰਾ ਰਹੇ ਹਾਂ, ਜੇ ਹੁਣ ਤੁਹਾਡੀ ਸ਼ੁਰੂਆਤ 'ਚ ਹੀ ਜਿਹੜਾ ਤੁਹਾਨੂੰ ਜੇ ਕਲੈਰਿਟੀ ਨਹੀਂ ਹੈਗੀ ਪ੍ਰੋਡਕਟ ਦੀ, ਉਹ ਲੇਟਰ ਔਨ ਤੁਹਾਡੇ ਕਦੀ ਵੀ ਕੰਮ ਨਹੀਂ ਆਏਗਾ। ਕਿਉਂਕਿ ਬਹੁਤ ਘੱਟ ਐਡਵਾਈਜ਼ਰ ਹੈ ਨਾ ਜਿਹੜੇ ਉਹ ਦੱਸਦੇ ਆ ਕਿ ਇਦਾਂ ਪੜ੍ਹ ਕੇ ਗੱਲ ਕਰੋ, ਨਹੀਂ ਤਾਂ ਅਗਲੇ ਕਹਿੰਦੇ ਚਲੋ ਠੀਕ ਹੈ ਲਾਈਫ ਇੰਸ਼ੋਰੈਂਸ ਆ ਤੁਹਾਡੇ ਵਾਸਤੇ ਵਧੀਆ ਲੈ ਲਓ, ਪਰ ਤੁਸੀਂ ਹਮੇਸ਼ਾ ਡੀਟੇਲ ਦੇ ਵਿੱਚ ਦੱਸਦੇ ਆ ਕਿ ਆਹ ਚੀਜ਼ ਹੋਣੀ ਚਾਹੀਦੀ ਹੈ। ਪਰ ਤੁਹਾਡੇ ਕੋਲ ਆਉਣ ਦਾ ਮੈਨੂੰ ਲੱਗਦਾ ਇੱਕ ਫਾਇਦਾ ਹੋਰ ਵੀ ਹੈ ਕਿ ਤੁਸੀਂ ਜਿਹੜੀਆਂ ਸਾਰੀਆਂ ਮੇਜਰ ਕੰਪਨੀਆਂ ਆ ਉਹਨਾਂ ਦੇ ਨਾਲ ਡੀਲ ਕਰਦੇ ਆ। ਇਹ ਨਹੀਂ ਕਿ ਤੁਹਾਡੇ ਕੋਲ 2 ਪ੍ਰੋਡਕਟ ਆ ਜਾਂ 1 ਪ੍ਰੋਡਕਟ ਆ, ਤੁਸੀਂ ਉਹਨੂੰ ਵੇਚਣ ਨੂੰ ਲੱਗੇ ਹੋਏ ਆ। ਨਹੀਂ, ਤੁਹਾਨੂੰ ਜੋ ਸੂਟ ਕਰਦਾ, ਜੋ ਤੁਹਾਨੂੰ ਲੱਗਦਾ, ਤੇ ਸਾਰੀਆਂ ਨਾਲੇ ਮੇਜਰ ਕੰਪਨੀਆਂ ਨੇ, ਨੋਨ
ਨੋਨ ਕੰਪਨੀਆਂ ਨੇ, ਤੁਸੀਂ ਨਾਮ ਪੜ੍ਹ ਸਕਦੇ ਆ ਤੇ ਉਹਨਾਂ ਦੇ ਨਾਮ ਤੁਸੀਂ ਸੁਣੇ ਹੋਣਗੇ ਜਿਨ੍ਹਾਂ ਦੇ ਵੀ ਤੁਸੀਂ ਪ੍ਰੋਡਕਟ ਦੇ ਰਹੇ ਹੋ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ। ਦੇਖੋ ਜਦੋਂ ਵੀ ਇਸੇ ਕਰਕੇ ਜੀ ਪਲਾਨ ਇੰਸ਼ੋਰੈਂਸ ਦਾ ਜਿਹੜੇ ਰੀਜ਼ਨ ਵੀ ਇਹ ਹੈ ਜੀ ਸਕਸੈਸਫੁਲ ਹੋਣ ਦਾ, ਕਿਉਂਕਿ ਜਿੰਨੀਆਂ ਮੇਜਰ ਕੰਪਨੀਆਂ ਨੇ ਜੀ ਉਹਨਾਂ ਸਾਰਿਆਂ ਨਾਲ ਆਪਾਂ ਡੀਲ ਕਰੀਦਾ ਹੈ ਤੇ ਆਪਣੇ ਕੋਲੇ ਉਹਨਾਂ ਕੰਪਨੀ ਦੇ ਐਕਚੁਅਲ ਕੰਟਰੈਕਟ ਨੇ। ਸੋ ਸਿਰਫ ਕਹਿਣ ਨੂੰ ਨਹੀਂ ਵੀ ਓਕੇ ਕਰੀਦਾ, ਆਪਣੇ ਕੋਲ ਐਕਚੁਅਲ ਕੰਟਰੈਕਟਸ ਨੇ। ਸੋ ਤੁਹਾਡੀ ਜ਼ਰੂਰਤ ਮੁਤਾਬਕ ਹੈ। ਸੋ ਇਹ ਨਹੀਂ ਵੀ ਐਡਵਾਈਜ਼ਰ ਦੀ ਜ਼ਰੂਰਤ ਮੁਤਾਬਕ ਓਕੇ ਵੀ ਮੇਰੇ ਕੋਲ ਤਾਂ ਆਹੀ ਇੱਕ ਕੰਪਨੀ ਹੈ, 2 ਕੰਪਨੀਆਂ ਵੀ ਮੈਂ ਇਹੀ ਪ੍ਰਮੋਟ ਕਰਨੀਆਂ ਨੇ। ਤੁਹਾਡੀ ਜ਼ਰੂਰਤ ਮੁਤਾਬਕ ਜੇ ਤੁਹਾਨੂੰ ਇੱਕ ਕੰਪਨੀ ਮੈਨੂਲਾਈਫ ਵਧੀਆ ਲੱਗ ਰਹੀ ਹੈ, ਜਾਂ ਆਰਬੀਸੀ ਵਧੀਆ ਲੱਗ ਰਹੀ ਹੈ, ਜਾਂ ਡੇਜਰਡੈਨ ਵਧੀਆ ਲੱਗ ਰਹੀ ਹੈ, ਜਾਂ ਇਕੁਇਟੇਬਲ ਲਾਈਫ ਵਧੀਆ ਲੱਗ ਰਹੀ ਹੈ, ਫੋਰੈਸਟਰਸ ਵਧੀਆ ਲੱਗ ਰਹੀ ਹੈ, ਲਿਸਟ ਗੋਜ਼ ਔਨ ਐਂਡ ਔਨ, ਰਾਈਟ। ਸੋ ਉਹ ਜਿਹੜੀ ਤੁਹਾਡੀ ਜਿਹੜੀ ਜ਼ਰੂਰਤ ਨੂੰ ਪੂਰਾ ਕਰ ਰਹੀ ਹੈ ਜੀ, ਉਸ ਕੰਪਨੀ ਨਾਲ ਤੁਹਾਡਾ ਜਿਹੜਾ ਪ੍ਰੋਡਕਟ ਤੁਹਾਡਾ ਸਿਲੈਕਟ ਕੀਤਾ ਜਾਂਦਾ। ਤੁਹਾਨੂੰ ਦੱਸਿਆ ਸਾਰੀਆਂ ਕੰਪਨੀਆਂ ਬਾਰੇ ਜਾਂਦਾ, ਤੁਹਾਨੂੰ ਸਾਰੀਆਂ ਕੰਪਨੀ ਦੇ ਰੇਟਸ ਦਿਖਾਏ ਜਾਂਦੇ ਆ। ਫਿਰ ਉਸ ਤੋਂ ਬਾਅਦ ਤੁਹਾਡੇ ਲਈ ਈਜ਼ੀ ਹੋ ਜਾਂਦਾ ਵੀ ਓਕੇ ਇੱਕ ਵਨ ਸਟਾਪ ਸ਼ਾਪ ਆ, ਵੀ ਸਾਨੂੰ ਇੱਧਰ ਉੱਧਰ ਜਾਣ ਦੀ ਕਿਤੇ ਲੋੜ ਨਹੀਂ ਪੈਂਦੀ। ਜੀ ਬਿਲਕੁਲ। ਤੇ ਜਿਹੜੀ ਤੁਸੀਂ ਵੈਬਸਾਈਟ ਹੈ, ਜੇ ਕਿਸੇ ਨੇ ਵੈਬਸਾਈਟ ਸਰਚ ਕਰਨੀ ਹੋਵੇ ਤਾਂ ਕਿੱਥੇ ਜਾਇਆ ਜਾ ਸਕਦਾ? ਹਾਂਜੀ, ਸਿੰਪਲ ਹੈ ਜੀ, ਸਿਰਫ ਤੁਸੀਂ planinsurance.ca, ਹਾਂਜੀ ਦੈਟਸ ਇਟ। ਇਹਦੇ 'ਚ ਕੋਈ 1 2 3 4 ਕੁਛ ਨਹੀਂ ਪਾਉਣਾ। ਸੋ planinsurance.ca ਵੈਬਸਾਈਟ ਹੈ ਜੀ। ਸੋ .ca ਇਸ ਕਰਕੇ ਕੈਨੇਡਾ ਦੇ ਵਿੱਚ ਹੈਗੀ ਜੀ, ਸੌਖਾ ਹੈਗਾ ਯਾਦ ਰੱਖਣਾ ਵੀ। ਸੋ planinsurance.ca ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਜਿਹੜਾ ਐਪ ਵੀ ਹੈ ਜੀ, ਉਹਦਾ ਵੀ ਨਾਮ ਪਲਾਨ ਇੰਸ਼ੋਰੈਂਸ ਹੀ ਹੈ। ਉਹਦੇ ਅੱਗੇ ਵੀ ABC ਜਾਂ 1 2 3 ਕੁਛ ਨਹੀਂ ਲੱਗਦਾ। ਸਿੰਪਲੀ ਤੁਸੀਂ ਪਲਾਨ ਇੰਸ਼ੋਰੈਂਸ ਲਿਖਣਾ ਆ। ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਆ, ਚਾਹੇ ਤੁਹਾਡੇ ਕੋਲੇ ਐਪਲ ਦਾ ਫੋਨ ਆ, ਉਹ ਤੁਸੀਂ ਈਜ਼ੀਲੀ ਫ੍ਰੀ ਆਫ ਕਾਸਟ ਡਾਊਨਲੋਡ ਕਰਕੇ ਸਾਰੀ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਐਪ ਦੇ ਉੱਤੇ ਵੀ ਅਵੇਲੇਬਲ ਹੈਗੀ ਹੈ ਜੀ। ਉੱਥੇ ਵੀ ਜਿਹੜੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਪਰ ਤੁਸੀਂ ਕਿਹਾ ਕਿ ਅਪਾਇੰਟਮੈਂਟ ਹੈ ਜਿਹੜੀ ਜ਼ਰੂਰੀ ਨਹੀਂ ਕਿ ਆਫਿਸ ਆਉਣਾ। ਹਾਂਜੀ, ਤੁਸੀਂ ਜਿਹੜੀ ਆ ਉਹ ਜ਼ੂਮ ਦੇ ਥਰੂ ਵੀ ਕਰ ਸਕਦੇ ਆ, ਫੋਨ ਵੀ ਕਰ ਸਕਦੇ ਆ। ਤੇ ਟਾਈਮਿੰਗ ਜੇ ਕਿਸੇ ਨੇ ਪੁੱਛਣੀ ਹੋਵੇ ਕਿ ਕਿੰਨੇ ਤੋਂ ਕਿੰਨੇ ਦੇ ਵਿੱਚ ਤੁਹਾਨੂੰ ਫੋਨ ਕੀਤਾ ਜਾ ਸਕਦਾ? ਹਾਂਜੀ, ਦੇਖੋ ਜਿਹੜਾ ਟਾਈਮਿੰਗ ਇੱਦਾਂ ਜੀ, ਜਿਹੜੀ ਤਾਂ ਆਨਲਾਈਨ ਇਹਦਾ 24/7 ਹੀ ਚੱਲਦਾ ਜੀ। ਸੋ ਜਿਹੜਾ ਐਪ ਆ ਜੀ ਉਹ ਵੀ 24/7 ਆ। ਪਰ ਜੇ ਕਿਸੇ ਨੇ ਇਨ ਆਫਿਸ ਮਿਲਣਾ ਜੀ, ਕੋਸ਼ਿਸ਼ ਕਰੀਦੀ ਹੈ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਆਫਿਸ ਖੁੱਲ੍ਹੇ ਹੁੰਦੇ ਆ ਜੀ। ਸੋ ਕਈ ਵਾਰੀ ਇਹ ਹੋ ਜਾਂਦਾ, ਕਈ ਵਾਰੀ ਮੀਟਿੰਗ ਹੋਈਦਾ ਜਾਂ ਅਪਾਇੰਟਮੈਂਟਸ ਹੋਈਦਾ, ਜਾਂ ਇੱਦਾਂ ਕਦੀ ਸ਼ੋਅ 'ਤੇ ਕਰਨਾ ਪੈ ਜਾਂਦਾ ਜੀ, ਇੰਟਰਵਿਊ ਹੋ ਜਾਈਦਾ। ਸੋ ਪਲੀਜ਼ ਜ਼ਰੂਰ ਕਾਲ ਕਰ ਲਓ ਇੱਕ ਵਾਰੀ, ਤਾਂ ਕਿ ਤੁਹਾਡਾ ਟਾਈਮ ਨਾ ਵੇਸਟ ਹੋਵੇ, ਰਾਈਟ। ਬਾਕੀ ਟੀਮ ਹੈਗੀ ਹੈ ਜੀ, ਟੀਮ ਮੈਂਬਰਸ ਵੀ ਇੱਥੇ ਅਵੇਲੇਬਲ ਹੁੰਦੇ ਆ ਆਫਿਸ ਦੇ ਵਿੱਚ। ਹੁਣ ਕਈ ਵਾਰੀ ਲੋਕ ਕਹਿੰਦੇ ਵੀ ਅਸੀਂ ਤੁਹਾਨੂੰ ਸਿੱਧਾ ਡਾਇਰੈਕਟਲੀ ਮਿਲਣਾ ਆ। ਸੋ ਜੀ ਸਦਕੇ ਜੀ, ਕਈ ਵਾਰੀ ਟੀਮ ਮੈਂਬਰ ਵੀ ਹੈਂਡਲ ਕਰ ਲੈਂਦੇ ਆ। ਪਰ ਤੁਸੀਂ ਇੱਕ ਵਾਰੀ ਆਉਣ ਤੋਂ ਪਹਿਲਾਂ ਜ਼ਰੂਰ ਫੋਨ ਕਰੋ। ਨਹੀਂ ਵੀ ਫੋਨ ਕਰੋਗੇ ਤੁਸੀਂ ਉੱਦਾਂ ਵੀ ਵਾਕ ਇਨ, ਮੋਸਟ ਵੈਲਕਮ। ਸੋ ਮੰਡੇ ਟੂ ਫਰਾਈਡੇ ਜਿਹੜਾ ਹੈ ਜੀ, ਉਹ 9 to 7 ਜਿਹੜੀ ਕੋਸ਼ਿਸ਼ ਕਰੀਦੀ ਹੈ ਜੀ। ਸੈਟਰਡੇ ਸੰਡੇ ਕੋਸ਼ਿਸ਼ ਕੀਤੀ ਵੀ ਬਾਈ ਅਪਾਇੰਟਮੈਂਟ ਰੱਖ ਲਈਏ, ਸੋ ਥੋੜਾ ਘਰੇ ਵੀ ਟਾਈਮ ਦੇ ਲਈਏ। ਬਿਲਕੁਲ। ਸੋ ਮੇਰੇ ਕੋਲ ਬਹੁਤ ਸਾਰੇ ਕੁਐਸਚਨ ਨੇ, ਕਿਉਂਕਿ ਬਹੁਤ ਸਾਰੀ ਇੰਸ਼ੋਰੈਂਸ ਤੁਸੀਂ ਦੱਸੀਆਂ ਕਿ ਤੁਸੀਂ ਇਹ ਵਾਲੀਆਂ ਪ੍ਰੋਵਾਈਡ ਕਰਦੇ ਆ। ਸੋ ਉਹਨਾਂ ਦੇ ਬਾਰੇ ਜੇ ਥੋੜੀ ਕੋਈ ਸਾਨੂੰ ਨੌਲੇਜ ਦਿੱਤੀ ਜਾਵੇ ਕਿ ਕੀ ਹੁੰਦੀਆਂ ਨੇ, ਕਿਸ ਤਰ੍ਹਾਂ ਉਹਨੂੰ ਦੇਖਿਆ ਜਾ ਸਕਦਾ, ਕਿਹੜੀ ਉਹਨਾਂ ਦੀਆਂ ਜਿਹੜੀਆਂ ਕਹਿ ਸਕਦੇ ਕਿਸਮਾਂ ਹੁੰਦੀਆਂ ਨੇ, ਸੋ ਉਹਨਾਂ ਦੇ ਬਾਰੇ ਵੀ ਗੱਲ ਕਰਦੇ ਆ। ਹਾਂਜੀ ਬਿਲਕੁਲ ਜੀ। ਸੋ ਜੇ ਬੇਸਿਕ ਗੱਲ ਕਰਦੇ ਜੀ, ਜਿੱਦਾਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ, ਉਹਦੇ ਅੰਡਰ ਜਿੱਦਾਂ ਹੁਣ ਇੱਕ ਟਰਮ ਇੰਸ਼ੋਰੈਂਸ ਆ ਜਾਂਦੀ ਹੈ ਜੀ, ਜਿਹੜਾ ਬਹੁਤ ਪਪੂਲਰ ਟੂਲ ਆ। ਸੋ ਬੇਸਿਕਲੀ ਟਰਮ ਇੰਸ਼ੋਰੈਂਸ ਇਹ ਹੈ ਜੀ, ਤੁਹਾਡੀ ਲਾਇਬਿਲਿਟੀ ਲੋਨਸ ਜਿਹੜੇ ਤੁਸੀਂ ਕਵਰ ਕਰਨੇ ਆ ਵੀ, ਜੇ ਕਿਸੇ ਦੀ ਮੌਰਗੇਜ ਹੈਗੀ ਹੈ, ਸੋ ਇਹਦੇ ਅੰਡਰ ਤੁਸੀਂ ਆਪਣੀ ਮੌਰਗੇਜ ਇੰਸ਼ੋਰੈਂਸ ਵੀ ਕਵਰ ਕਰਾ ਸਕਦੇ ਹੋ। ਕੋਈ ਲੋਨਸ ਨੇ, ਕੋਈ ਲਾਇਬਿਲਿਟੀਜ਼ ਨੇ, ਕਿਸੇ ਦੀ $1 ਮਿਲੀਅਨ ਦਾ ਲੋਨ ਹੈਗਾ ਵੀ ਮੈਨੂੰ ਅਗਲੇ 30 ਸਾਲ ਦੀ ਕਵਰੇਜ ਚਾਹੀਦੀ ਹੈ, ਤੁਸੀਂ ਉਹ ਟਰਮ ਇੰਸ਼ੋਰੈਂਸ ਦੇ ਅੰਡਰ ਆਪਣਾ ਪ੍ਰੋਡਕਟ ਲੈ ਸਕਦੇ ਹੋ ਜੀ। ਇਹਦੇ ਨਾਲ ਹੀ ਜਦੋਂ ਆਪਾਂ ਹੋਲ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ, ਜੇ ਹੁਣ ਕਹਿੰਦੇ ਬੰਦੇ ਵੀ ਓਕੇ ਸਾਨੂੰ ਮਨੀ ਬੈਕ ਚਾਹੀਦੀ ਹੈ, ਕੈਸ਼ ਬੈਕ ਚਾਹੀਦਾ, ਸੋ ਉਹ ਹੋਲ ਲਾਈਫ ਦੇ ਅੰਡਰ ਆ ਜਾਂਦੇ ਜੀ ਪ੍ਰੋਡਕਟਸ। ਉਹਦੇ 'ਚ ਤੁਹਾਡੇ ਕੋਲ ਆਪਸ਼ਨ ਨੇ, ਤੁਸੀਂ 5 ਸਾਲ 10 ਸਾਲ ਜਾਂ 20 ਸਾਲ ਤੁਸੀਂ ਪੇ ਕਰਨਾ ਹੈ, ਪਰ ਤੁਹਾਡੀ ਜਿਹੜੀ ਇੰਸ਼ੋਰੈਂਸ ਹੈ ਉਹ 100 ਸਾਲ ਤੱਕ ਚੱਲਦੀ ਹੈ। ਜੇ ਤੁਹਾਨੂੰ ਕੱਲ੍ਹ ਨੂੰ ਤੁਸੀਂ ਮਨੀ ਕਢਾਉਣੀ ਹੈ, ਤੁਸੀਂ ਉਹਦੇ ਵਿੱਚੋਂ ਕੈਸ਼ ਬੈਕ ਵੀ ਲੈ ਸਕਦੇ ਹੋ। ਫਿਰ ਉਸ ਤੋਂ ਬਾਅਦ ਜੇ ਨੈਕਸਟ ਸਟੈਪ ਆਪਾਂ ਗੱਲ ਕਰਦੇ ਹਾਂ ਜੀ ਕ੍ਰਿਟੀਕਲ ਇਲਨੈਸ ਦੀ ਜੀ। ਸੋ ਕ੍ਰਿਟੀਕਲ ਇਲਨੈਸ ਦੇ ਵਿੱਚ ਲਾਈਕ ਆਲਮੋਸਟ ਜਿਹੜੀਆਂ ਮੇਜਰ ਕੰਪਨੀਜ਼ ਨੇ 25 ਤੋਂ ਲੈ ਕੇ 30 ਬਿਮਾਰੀਆਂ ਜਿਹੜੀਆਂ ਜੀ ਉਹ ਕਵਰ ਕਰ ਦਿੰਦੀਆਂ। ਫੋਰ ਐਗਜ਼ਾਮਪਲ ਕਿਸੇ ਨੂੰ ਹਾਰਟ ਅਟੈਕ, ਸਟ੍ਰੋਕ, ਕੈਂਸਰ, ਕੋਈ ਬਾਈਪਾਸ ਸਰਜਰੀ, ਕੋਈ ਲਿਵਰ ਟ੍ਰਾਂਸਪਲਾਂਟ, ਕੋਈ ਕਿਡਨੀ ਟ੍ਰਾਂਸਪਲਾਂਟ, ਕੋਈ ਇੱਦਾਂ ਦਾ ਰੱਬ ਨਾ ਕਰੇ ਕੋਈ ਕਰਵਾਉਣਾ ਪੈ ਜਾਏ, ਉਹ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਅੰਡਰ ਆ ਜਾਂਦਾ ਜੀ। ਤਾਂ ਉਹਦੇ 'ਚ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਲਾਈਫ ਇੰਸ਼ੋਰੈਂਸ ਦੇ ਅੰਦਰ ਕਵਰ ਕੀ ਕੁਝ ਹੁੰਦਾ। ਹਾਂਜੀ ਬਿਲਕੁਲ। ਸੋ ਦੇਖੋ ਤੁਸੀਂ ਕ੍ਰਿਟੀਕਲ ਇਲਨੈਸ ਜਿਹੜਾ ਇੱਕ ਐਸਪੈਕਟ ਆ, ਉਹ ਲਾਈਫ ਇੰਸ਼ੋਰੈਂਸ ਦੇ ਨਾਲ ਤੁਸੀਂ ਐਡ ਔਨ ਵੀ ਕਰਵਾ ਸਕਦੇ ਹੋ। ਸੋ ਇੱਦਾਂ ਹੀ ਹੈਗਾ ਜੀ ਡਿਸੇਬਿਲਿਟੀ ਇੰਸ਼ੋਰੈਂਸ, ਵੀ ਕੋਈ ਸੱਟ ਪੇਟ ਲੱਗ ਜਾਏ, ਰਾਈਟ, ਉਹ ਬਹੁਤ ਜ਼ਰੂਰੀ ਚੀਜ਼ ਹੈ ਜੀ। ਖਾਸ ਕਰਕੇ ਜਿਹੜੇ ਕੋਈ ਹੁਣ ਕੋਈ ਟਰੱਕਿੰਗ ਇੰਡਸਟਰੀ 'ਚ ਨੇ, ਕੋਈ ਕੰਸਟਰਕਸ਼ਨ ਇੰਡਸਟਰੀ 'ਚ ਨੇ, ਜਿੱਥੇ ਪਤਾ ਵੀ ਸੱਟ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਨੇ, ਉੱਥੇ ਜਿਹੜੀ ਹੈ ਜੀ ਉਹ ਡਿਸੇਬਿਲਿਟੀ ਇੰਸ਼ੋਰੈਂਸ ਹੈ ਜਿਹੜੀ ਤੁਹਾਨੂੰ ਮੰਥਲੀ ਤੁਹਾਡੇ ਜਿਹੜੇ ਖਰਚੇ ਨੇ, ਹੁਣ ਕਿਸੇ ਨੂੰ $5,000 ਦੀ ਲੋੜ ਆ, ਕਿਸੇ ਨੂੰ $7,000 ਦੀ ਲੋੜ ਆ, ਤੁਹਾਡੀ ਇਨਕਮ ਦੇ ਬੇਸ 'ਤੇ ਤੁਹਾਨੂੰ ਉਹ ਅਪਰੂਵ ਕਰ ਦਿੰਦੇ ਆ। ਜਦ ਤੱਕ ਤੁਸੀਂ ਫਿਰ ਠੀਕ ਨਹੀਂ ਹੁੰਦੇ, ਡਿਪੈਂਡਿੰਗ ਔਨ ਤੁਸੀਂ ਕਿੱਦਾਂ ਦਾ ਪਲਾਨ ਡਿਜ਼ਾਈਨ ਕਰਵਾਇਆ, ਤੁਹਾਨੂੰ ਹਰ ਮਹੀਨੇ ਜਿਹੜੇ ਉਹ ਤੁਹਾਡੇ ਪੈਸੇ ਘਰੇ ਆਉਂਦੇ ਰਹਿੰਦੇ ਆ ਜੀ, ਰਾਈਟ। ਸੋ ਉਸ ਤੋਂ ਬਾਅਦ ਜੀ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਜੀ, ਵਿਜ਼ਟਰ ਇੰਸ਼ੋਰੈਂਸ, ਰਾਈਟ। ਸੋ ਉਹਦੇ ਬਿਲਕੁਲ ਜੀ ਉਹਦੇ 'ਚ ਵੀ ਪਲਾਨ ਇੰਸ਼ੋਰੈਂਸ ਬਿਲਕੁਲ ਮੋਢੀ ਨੇ ਜੀ। ਸੋ ਸਾਰੀਆਂ ਮੇਜਰ ਕੰਪਨੀਜ਼ ਜਿਹੜੀਆਂ ਹੈਂਡਲ ਕਰਦੀਆਂ ਨੇ ਕੋਈ ਵਿਜ਼ਟਰ ਇੰਸ਼ੋਰੈਂਸ ਨੂੰ ਜਾਂ ਕੋਈ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ, ਉਹਦੇ ਨਾਲ ਅਸੀਂ ਡੀਲ ਕਰਦੇ ਹਾਂ ਜੀ। ਨਾਲੇ ਜਿਹੜੀ ਹੁਣ ਕਈ ਕੰਪਨੀ ਨੇ ਜਿੱਦਾਂ ਕਹਿੰਦੀਆਂ ਵੀ ਜੇ 2 ਪੇਰੈਂਟਸ ਇਕੱਠੇ ਆ ਰਹੇ ਨੇ, ਉਹਦੇ 'ਤੇ ਅਸੀਂ 5% ਤੁਹਾਨੂੰ ਡਿਸਕਾਊਂਟ ਵੀ ਦਵਾ ਸਕਦੇ ਹਾਂ। ਹਾਂਜੀ, ਸੋ ਜੇ ਕੋਈ ਕਿਸੇ ਨੇ ਸੁਪਰ ਵੀਜ਼ਾ ਲਵਾ ਲਿਆ, ਇੱਥੇ ਆ ਕੇ ਉਹ ਮਹੀਨਾ ਜਾਂ 2 ਮਹੀਨੇ ਰਹਿੰਦੇ ਆ,
ਤੇ ਕੋਈ ਕਲੇਮ ਨਹੀਂ ਹੁੰਦਾ, ਵਾਪਸ ਚਲੇ ਜਾਂਦੇ ਆ। ਸੋ ਇਦਾਂ ਦੇ ਵੀ ਪ੍ਰੋਡਕਟਸ ਨੇ ਜੀ ਵੀ ਉਹਨਾਂ ਨੇ ਸਿਰਫ 2 ਮਹੀਨੇ ਦੇ ਕੱਟ ਕੇ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਨੂੰ ਸਾਰੇ ਵਾਪਸ ਵੀ ਹੋ ਜਾਂਦੇ ਆ ਜੀ। ਸੋ ਇਦਾਂ ਹੀ ਜੀ ਫਿਰ ਜੇ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਇੰਸ਼ੋਰੈਂਸ ਦੀ ਵੀ, ਉਹਦੇ 'ਚ ਵੀ ਬਹੁਤ ਸਾਰੀਆਂ ਆਪਸ਼ਨਸ ਨੇ। ਤੁਸੀਂ ਕਿੰਨੇ ਅਮਾਊਂਟ ਦੀ ਤੁਸੀਂ ਕਰਵਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਫਲੈਕਸੀਬਿਲਿਟੀ ਹੈ ਵੀ ਮੈਂ 10,000 ਦੀ ਇੰਸ਼ੋਰੈਂਸ ਕਰਾਉਣੀ ਹੈ, ਮੈਂ 25,000 ਦੀ, ਮੈਂ 50,000 ਦੀ, ਮੈਂ ਲੱਖ ਦੀ, ਮੈਂ 5 ਲੱਖ ਦੀ, ਤੁਹਾਡੇ ਕੋਲ ਉਹ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਨੇ ਜੀ, ਰਾਈਟ। ਉਸ ਤੋਂ ਨਾਲ ਜੀ ਫਿਰ ਜਿੱਦਾਂ ਕੋਈ ਵਰਕ ਪਰਮਿਟ ਤੇ ਨੇ, ਕੋਈ ਸਟੂਡੈਂਟਸ ਨੇ, ਉਹਨਾਂ ਵਾਸਤੇ ਸਪੈਸ਼ਲ ਪਲਾਨਸ ਅਲੱਗ ਨੇ, ਉਹਨਾਂ ਲਈ ਲਾਈਫ ਇੰਸ਼ੋਰੈਂਸ ਪਲਾਨਸ ਵੀ ਹੈਗੇ ਨੇ, ਕ੍ਰਿਟੀਕਲ ਇਲਨੈਸ ਵੀ ਹੈਗੀ ਹੈ, ਡਿਸੇਬਿਲਿਟੀ ਵੀ ਹੈ। ਸਟੂਡੈਂਟਸ ਵਾਸਤੇ ਵੀ ਇੱਦਾਂ ਦੇ ਪਲਾਨਸ ਆ ਗਏ ਨੇ ਜੀ, ਲਾਈਫ ਇੰਸ਼ੋਰੈਂਸ ਵੀ ਹੈਗੀ ਆ ਜਿਹੜੀਆਂ ਪਹਿਲਾਂ ਲੋਕੀ ਨਹੀਂ ਪ੍ਰੋਵਾਈਡ ਕਰਾਉਂਦੇ, ਕੰਪਨੀਆਂ ਪ੍ਰੋਵਾਈਡ ਨਹੀਂ ਕਰਾਉਂਦੀਆਂ ਸੀ ਜੀ, ਬਿਲਕੁਲ। ਤੇ ਨਾਲ ਦੇ ਨਾਲ ਜੇ ਆਪਾਂ ਹੁਣ ਗੱਲ ਕਰਦੇ ਹਾਂ ਜੀ RESP, ਜਿਹੜਾ ਬੱਚਿਆਂ ਦੇ ਪਲਾਨਸ ਨੇ, ਐਜੂਕੇਸ਼ਨ ਪਲਾਨ, ਉਹ ਵੀ ਬਹੁਤ ਵਧੀਆ ਕੰਪਨੀਆਂ ਦੇ ਪਲਾਨਸ ਡਿਜ਼ਾਈਨ ਹੋਏ ਨੇ, ਜਿਹਦੇ ਵਿੱਚ ਤੁਹਾਨੂੰ ਉਹ ਆਪਸ਼ਨਸ ਦਿੰਦੇ ਨੇ ਜੀ। ਤੁਸੀਂ ਕੰਪਨੀ ਇੱਦਾਂ ਦੀ ਵੀ ਹੈਗੀ, ਕਹਿੰਦੀ ਵੀ ਜਿੰਨਾ ਤੁਸੀਂ ਕੰਟਰੀਬਿਊਟ ਕਰੋਗੇ ਅਸੀਂ 15% ਤੁਹਾਨੂੰ ਔਨ ਟੌਪ ਅਸੀਂ ਵੀ ਦੇਵਾਂਗੇ, ਰਾਈਟ। ਸੋ ਅਪ ਟੂ 15% ਤੱਕ ਉਹ ਬੋਨਸ ਵੀ ਦਿੰਦੀਆਂ ਨੇ, ਨਾਲੇ ਤੁਹਾਨੂੰ ਫੈਡਰਲ ਗ੍ਰਾਂਟ ਮਿਲਦੀ ਹੈ, ਨਾਲੇ ਪ੍ਰੋਵਿੰਸ਼ੀਅਲ ਗ੍ਰਾਂਟ ਮਿਲਦੀ ਹੈ। ਸੋ ਦੇਰ ਡਿਫਰੈਂਟ ਆਪਸ਼ਨਸ, ਡਿਫਰੈਂਟ ਪਲਾਨਸ। ਸੋ ਇਹ ਜਿੱਦਾਂ ਇੱਕ ਮੈਂ ਨਟ ਸ਼ੈਲ 'ਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਜਦੋਂ ਕਿਸੇ ਕਲਾਇੰਟ ਨਾਲ ਬੈਠਦੇ ਆ ਜੀ, ਸੋ ਉਹਨੂੰ ਫਿਰ ਪੂਰਾ ਪ੍ਰੋਪਰ ਡੀਟੇਲ ਦੇ ਵਿੱਚ ਜਿਹੜੀ ਉਹਨਾਂ ਨੇ ਇੰਸ਼ੋਰੈਂਸ ਲੈਣੀ ਆ ਉਹਦੇ ਬਾਰੇ, ਜੇ ਕੋਈ RESP ਬਾਰੇ ਵਿਚਾਰ ਕਰ ਰਿਹਾ, ਕੋਈ ਸੁਪਰ ਵੀਜ਼ਾ, ਕੋਈ ਵਿਜ਼ਟਰ ਵੀਜ਼ਾ, ਕੋਈ ਕ੍ਰਿਟੀਕਲ, ਡਿਸੇਬਿਲਿਟੀ, ਲਾਈਫ ਇੰਸ਼ੋਰੈਂਸ, ਸੋ ਉਹਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਫਿਰ ਬਿਠਾ ਕੇ ਜਾਂ ਫੋਨ ਤੇ ਜਾਂ ਆਨਲਾਈਨ ਸਮਝਾਇਆ ਜਾਂਦਾ। ਉਸ ਤੋਂ ਬਾਅਦ ਫਿਰ ਸਾਰੀਆਂ ਕੰਪਨੀਆਂ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜੀ। ਸੋ ਇਸ ਤਰੀਕੇ ਨਾਲ ਜਿੱਦਾਂ ਇੱਕ ਇਹ ਜੋ ਸਾਰੀਆਂ ਸਰਵਿਸਿਜ਼ ਨੇ ਉਹ ਪਲਾਨ ਇੰਸ਼ੋਰੈਂਸ ਦੇ ਪਲੇਟਫਾਰਮ ਤੋਂ ਹਰ ਤਰ੍ਹਾਂ ਦੀ ਆਪਸ਼ਨ ਇੱਥੇ ਅਵੇਲੇਬਲ ਹੈਗੀ ਹੈ ਜੀ। ਬਿਲਕੁਲ, ਆਓ ਤੁਹਾਡਾ ਨਾਲੇ ਆਫਿਸ ਐਕਸਪਲੋਰ ਕਰਦੇ ਹਾਂ ਤੇ ਨਾਲੇ ਤੁਹਾਡੇ ਤੋਂ ਇਹਦੇ ਬਾਰੇ ਥੋੜੇ ਬਹੁਤ ਹੋਰ ਕੁਐਸਚਨ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਜ਼ਰੂਰ। We are here at Plan Insurance ਤੇ ਅਮਰਿੰਦਰ ਜੀ ਤੁਹਾਡਾ ਆਫਿਸ ਤੁਹਾਡੀਆਂ ਡੀਲਸ ਦੀ ਤਰ੍ਹਾਂ ਬੜਾ ਵਧੀਆ ਹੈਗਾ ਹੈ, ਤੁਹਾਡੇ ਪ੍ਰੋਡਕਟ ਦੀ ਤਰ੍ਹਾਂ ਵਧੀਆ ਹੈਗਾ, ਕਿਉਂਕਿ ਜਿਹੜਾ ਵੀ ਆਪਾਂ ਗੱਲ ਕਰ ਰਹੇ ਸੀ ਅੰਦਰ ਆਫਿਸ ਦੇ ਵਿੱਚ ਕਿ ਪ੍ਰੋਡਕਟ ਬਹੁਤ ਜ਼ਿਆਦਾ ਹੈਗੇ ਆ, ਪਰ ਤੁਸੀਂ ਪਿਕ ਐਂਡ ਚੂਜ਼ ਕਰ ਸਕਦੇ ਆ, ਟ੍ਰਾਂਸਪੇਰੈਂਸੀ ਪੂਰੀ ਹੈਗੀ ਆ। ਪਰ ਕਈ ਵਾਰ ਹੁੰਦਾ ਕਿ ਅਸੀਂ ਇਨਫੋਰਮੇਸ਼ਨ ਤੋਂ ਬਿਨਾਂ ਹੀ ਕੋਈ ਪ੍ਰੋਡਕਟ ਲੈ ਲੈਂਦੇ ਆ, ਮੈਂ ਪਹਿਲਾਂ ਵੀ ਕਿਹਾ, ਤੇ ਬਾਅਦ ਵਿੱਚ ਸਾਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ। ਤੇ ਇਟਸ ਗੁੱਡ ਕਿ ਤੁਸੀਂ ਸਾਰਿਆਂ ਨੂੰ ਡੀਟੇਲ ਦੇ ਵਿੱਚ ਇਨਫੋਰਮੇਸ਼ਨ ਦਿੰਦੇ ਆ ਕਿ ਆਹ ਭਾਈ ਤੁਹਾਡੀ ਸਾਹਮਣੇ ਚੀਜ਼ ਪਈ ਹੈ, ਹੁਣ ਇਹ ਤੁਸੀਂ ਹੁਣੇ ਹੀ ਪਿਕ ਐਂਡ ਚੂਜ਼ ਕਰ ਲਓ ਕਿ ਤੁਹਾਨੂੰ ਕੀ ਚਾਹੀਦਾ, ਐਂਡ ਦੇ ਉੱਤੇ ਨਾ ਹੋਵੇ ਕਿ ਚੇਂਜ ਹੋ ਜਾਵੇ। ਫਿਰ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਵੀ ਪਾਲਿਸੀ ਲਈ ਹੈ ਉਹਨੂੰ ਰਿਵਿਊ ਕਰਨਾ ਚਾਹੀਦਾ, ਕਿੰਨਾ ਕੁ ਜ਼ਰੂਰੀ ਹੈ ਤੇ ਕਿੰਨੇ ਟਾਈਮ ਬਾਅਦ ਰਿਵਿਊ ਕਰਨਾ ਚਾਹੀਦਾ? ਹਾਂਜੀ ਬਿਲਕੁਲ ਜੀ। ਦੇਖੋ ਅਰਸ਼ੀ, ਜਦੋਂ ਵੀ ਆਪਾਂ ਕੋਈ ਵੀ ਪ੍ਰੋਡਕਟ ਲੈਂਦੇ ਹਾਂ ਨਾ, ਚਾਹੇ ਕੋਈ ਵੀ ਕਿਸੇ ਦੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵੀ ਪ੍ਰੋਡਕਟ ਆ, ਉਹ ਅਗੇਨ ਜੇ ਤੁਹਾਨੂੰ ਪਤਾ ਹੀ ਨਹੀਂ ਜੀ, ਹੁਣ ਕੱਲ ਨੂੰ ਲੈਟਸ ਸੇ ਕਿਸੇ ਨੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਪ੍ਰੋਡਕਟ ਲਿਆ ਜੀ, ਠੀਕ ਹੈ, ਹੁਣ ਉਹਨਾਂ ਨੂੰ ਪੇਮੈਂਟ ਦਿੰਦੇ ਨੂੰ 2 ਸਾਲ 3 ਸਾਲ 5 ਸਾਲ ਹੋ ਚੁੱਕੇ ਆ, ਹੁਣ ਕਿਤੇ ਸੱਟ ਲੱਗ ਗਈ ਜੀ। ਹੁਣ ਜਦੋਂ ਕਲੇਮ ਲਈ ਅਪਲਾਈ ਕਰਨਾ ਆ, ਹੁਣ ਜੇ ਕਿਸੇ ਰੀਜ਼ਨ ਕਰਕੇ ਉਹਨਾਂ ਦਾ ਐਡਵਾਈਜ਼ਰ ਹੁਣ ਉਸ ਇੰਡਸਟਰੀ 'ਚ ਨਹੀਂ ਆ, ਉਹ ਕੋਈ ਹੋਰ ਕੰਮ 'ਚ ਚਲੇ ਗਏ, ਵਟਐਵਰ ਰੀਜ਼ਨ ਇਜ਼, ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਿਹਨੂੰ ਕਾਲ ਕਰੀਏ, ਕਿਹੜੀ ਕੰਪਨੀ ਨੂੰ ਕਾਲ ਕਰਨੀ ਹੈ, ਕੋਈ ਫੋਲਡਰ ਨਹੀਂ ਪਤਾ ਵੀ ਪਾਲਿਸੀ ਕਿੱਥੇ ਪਈ ਹੈ, ਰਾਈਟ। ਸੋ ਉਹ ਚੀਜ਼ਾਂ ਮੈਂ ਬਹੁਤ ਵਾਰੀ ਮੈਨੂੰ ਕਾਲਾਂ ਵੀ ਆਉਂਦੀਆਂ ਜੀ ਵੀ ਅਸੀਂ ਨਾ 5 ਸਾਲ ਪਹਿਲਾਂ ਕਰਾਈ ਸੀ ਜੀ, 10 ਸਾਲ ਪਹਿਲਾਂ ਕਰਾਈ ਸੀਗੀ, ਸਾਡੀ ਪੇਮੈਂਟ ਤਾਂ ਜਾ ਰਹੀ ਹੈ, ਪਰ ਹੁਣ ਜੋ ਸਾਨੂੰ ਲੋੜ ਪੈ ਰਹੀ ਹੈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ। ਸੋ ਇਸ ਕਰਕੇ ਬਿਲਕੁਲ ਰਿਵਿਊ ਕਰਨਾ ਇੱਦਾਂ ਹੈ ਜੀ ਕਿ ਜਦੋਂ ਵੀ ਇਹਦੇ 'ਚ ਕੋਈ ਇਹ ਟਾਈਮ ਨਹੀਂ ਹੈਗਾ ਵੀ ਤੁਸੀਂ ਮਹੀਨੇ ਬਾਅਦ ਰਿਵਿਊ ਕਰੋ ਜਾਂ ਸਾਲ ਬਾਅਦ ਜਾਂ 10 ਸਾਲ ਬਾਅਦ। ਤੁਹਾਨੂੰ ਪਤਾ ਹੋਣਾ ਚਾਹੀਦੀ ਵੀ ਜਿਹੜੀ ਤੁਹਾਡੇ ਕੋਲ ਪਾਲਿਸੀ ਹੈਗੀ ਆ ਉਹ ਕਿਹੜੀ ਕੰਪਨੀ ਦੀ ਪਾਲਿਸੀ ਹੈ, ਉਹਦੇ ਅੰਡਰ ਕੀ ਕਵਰਡ ਆ, ਕੱਲ੍ਹ ਨੂੰ ਜੇ ਲੋੜ ਪੈਂਦੀ ਹੈ ਤੁਸੀਂ ਕਿਹਨੂੰ ਕਾਲ ਕਰਨਾ ਹੈ, ਜੇ ਐਡਵਾਈਜ਼ਰ ਪਿਕਚਰ 'ਚ ਨਹੀਂ ਹੈਗਾ, ਤੁਹਾਡੇ ਕੋਲ ਕੰਪਨੀ ਦਾ ਡਾਇਰੈਕਟ ਨੰਬਰ ਹੈਗਾ ਕਿ ਨਹੀਂ ਹੈਗਾ। ਜੇ ਫਿਰ ਵੀ ਕੋਈ ਰਹਿ ਜਾਂਦਾ ਜੀ, ਜੇ ਕਿਸੇ ਨੂੰ ਨਹੀਂ ਸਮਝ ਆ ਰਹੀ ਵੀ ਕੀ ਕਰੀਏ, ਉਹ ਸਿੱਧਾ ਪਲਾਨ ਇੰਸ਼ੋਰੈਂਸ 'ਤੇ ਵੀ ਫੋਨ ਕਰ ਸਕਦੇ ਜੀ, ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਵੀ ਤੁਸੀਂ ਕਿੱਦਾਂ ਆਪਣਾ ਲੱਭ ਸਕਦੇ ਹੋ ਵੀ ਕਿਹੜੀ ਕੰਪਨੀ ਨਾਲ ਤੁਸੀਂ ਡੀਲ ਕਰ ਰਹੇ ਹੋ, ਜਾਂ ਕਿੱਦਾਂ ਤੁਹਾਨੂੰ ਜਿਹੜੀ ਵੀ ਕੰਪਨੀ ਦਾ ਹੋਇਆ ਜੀ ਉਹਨਾਂ ਦਾ ਕੰਟੈਕਟ ਇਨਫੋਰਮੇਸ਼ਨ ਤੁਹਾਨੂੰ ਪਹੁੰਚਦੀ ਕਰ ਦਾਂਗੇ ਜੀ। ਮਤਲਬ ਕਿਸੇ ਵੀ ਕੰਪਨੀ ਦੇ ਥਰੂ ਕਦੋਂ ਮਰਜ਼ੀ ਕਰਵਾਈ ਹੋਵੇ ਤਾਂ ਤੁਹਾਨੂੰ ਫੋਨ ਕੀਤਾ ਜਾ ਸਕਦਾ, ਬਿਲਕੁਲ ਕੀਤਾ ਜਾ ਸਕਦਾ ਜੀ। ਹਾਂਜੀ, ਸੋ ਵੀ ਵਿਲ ਹੈਲਪ them out to figure out ਵੀ ਕਿਹੜੀ ਕੰਪਨੀ ਹੈ, ਕਿਹਨੂੰ ਕੰਟੈਕਟ ਕਰ ਸਕਦੇ ਆ, ਅਸੀਂ ਉਹਨਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਗਾਈਡ ਕਰਕੇ ਦੱਸ ਸਕਦੇ ਹਾਂ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਕਿੱਥੋਂ ਲੈਣੀ ਹੈ। ਕਿਉਂਕਿ ਇੱਕ ਤਾਂ ਬੰਦੇ ਤੇ ਮੁਸੀਬਤ ਆਈ ਹੁੰਦੀ ਹੈ ਤੇ ਇੱਕ ਦੂਜੇ ਪਾਸੇ ਤੁਹਾਨੂੰ ਪਾਲਿਸੀ ਨਹੀਂ ਲੱਭ ਰਹੀ, ਤੁਹਾਨੂੰ ਯਾਦ ਵੀ ਨਹੀਂ ਅਸੀਂ ਕਿਹੜੀ ਪਾਲਿਸੀ ਜਿਹੜੀ ਲਈ ਆ। ਹੁਣ ਸਮਟਾਈਮਸ ਤੁਹਾਡੇ ਸਰਕਮਸਟੈਂਸ ਚੇਂਜ ਹੋਏ ਹੋ ਸਕਦੇ ਆ, ਤੁਹਾਡੇ ਬੇਬੀ ਹੋਇਆ ਹੋ ਸਕਦਾ, ਤੁਹਾਡੀ ਮੈਰਿਜ ਹੋਈ ਹੋ ਸਕਦੀ ਹੈ, ਐਡ ਆਨ ਕੋਈ ਹੋਇਆ ਹੋ ਸਕਦਾ, ਤਾਂ ਉਹਦੇ ਕਰਕੇ ਤੁਹਾਨੂੰ ਉਹ ਵੀ ਐਡੀਸ਼ਨ ਵੀ ਕਰਵਾਉਣਾ ਚਾਹੀਦਾ, ਅਪਡੇਟ ਵੀ ਕਰਵਾਉਣਾ ਚਾਹੀਦਾ ਤੇ ਦੇਖਣਾ ਵੀ ਚਾਹੀਦਾ ਕਿ ਕੀ ਕੁਝ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਪਾਲਿਸੀ ਤੁਹਾਡੀ ਪੁਰਾਣੀ ਲਈ ਹੋਵੇ ਤੇ ਹੁਣ ਤੁਹਾਡੀ ਰਿਕੁਆਇਰਮੈਂਟਸ ਜਿਹੜੀਆਂ ਚੇਂਜ ਹੋਈਆਂ ਹੋਣ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਕਹਿੰਦੇ ਆ ਕਿ ਅਸੀਂ ਪੈਸੇ ਵੀ ਭਰੇ ਤੇ ਬੈਨੀਫਿਟ ਵੀ ਕੋਈ ਨਹੀਂ ਹੋਇਆ। ਤੇ ਹੁਣ ਕਈ ਵਾਰੀ ਹੁੰਦਾ ਕਿ ਅਸੀਂ ਕਈ ਵਾਰੀ ਸਾਨੂੰ ਸਮਝ ਨਹੀਂ ਲੱਗਦੀ ਜਾਂ ਕਈ ਵਾਰੀ ਅਸੀਂ ਮਿਸਅੰਡਰਸਟੂਡ ਕਰ ਲਈਦਾ। ਹੁਣ ਜੇ
ਕੋਈ ਐਡਵਾਈਜ਼ਰ ਆ ਹਾਂਜੀ। ਉਹਦੇ ਤੇ ਲਾਇਬਿਲਿਟੀ ਕਿੰਨੀ ਕੁ ਹੋ ਜਾਂਦੀ ਹੈ? ਬਿਲਕੁਲ ਜੀ, ਦੇਖੋ ਐਜ਼ ਐਨ ਐਡਵਾਈਜ਼ਰ ਤੁਹਾਡੀ ਸਭ ਤੋਂ ਜ਼ਿਆਦਾ ਲਾਇਬਿਲਿਟੀ ਹੈ। ਨਾਲੇ ਹੁਣ ਜਿਹੜਾ ਇੰਸ਼ੋਰੈਂਸ ਕਾਉਂਸਲ ਹੈ ਜੀ, ਉਹ ਬਹੁਤ ਜ਼ਿਆਦਾ ਸਟ੍ਰਿਕਟ ਵੀ ਇਸ ਪਾਸਿਓਂ। ਸੋ ਇਹ ਨਹੀਂ ਹੈ ਵੀ ਸਿਰਫ ਆਪਾਂ ਹੁਣ ਕੋਈ ਤੁਹਾਡੇ ਕੋਲ ਇੰਸ਼ੋਰੈਂਸ ਕਰਵਾਉਣ ਆਇਆ, ਤੁਸੀਂ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਲੈ ਲਈ, ਓਕੇ ਜੀ ਤੁਸੀਂ ਸਾਨੂੰ ਦੱਸੋ ਤੁਸੀਂ ਕਿੱਥੇ ਕੰਮ ਕਰਦੇ ਹੋ, ਤੁਹਾਡੀ ਇਨਕਮ ਕੀ ਹੈ, ਤੁਹਾਡੀ ਲਾਇਬਿਲਿਟੀਜ਼ ਕੀ ਨੇ, ਅਸੀਂ ਤਾਂ ਸਾਰੀ ਇਨਫੋਰਮੇਸ਼ਨ ਲੈ ਲਈ। ਪਰ ਹੁਣ ਜੇ ਉਹ ਪੁੱਛਦੇ ਹੋ ਕਿ ਤੁਸੀਂ ਵੀ ਸਾਨੂੰ ਆਪਣੇ ਬਾਰੇ ਦੱਸੋ ਜੀ, ਤੁਸੀਂ ਕਿੰਨੇ ਸਾਲਾਂ ਤੋਂ ਇੰਡਸਟਰੀ ਦੇ ਵਿੱਚ ਹੋ, ਕਿਹੜੀ ਕੰਪਨੀਆਂ ਤੋਂ ਤੁਹਾਡੇ ਕੋਲ ਕੰਟਰੈਕਟ ਹੈਗੇ ਆ, ਤੁਹਾਡੇ ਅਗੇਂਸਟ ਕੋਈ ਕੇਸ ਤਾਂ ਨਹੀਂ ਚੱਲਦੇ, ਕੋਈ ਤੁਹਾਡੀ ਕੋਈ ਇੰਸ਼ੋਰੈਂਸ ਕਾਉਂਸਲ ਦੇ ਵਿੱਚ ਤਾਂ ਨਹੀਂ ਤੁਹਾਡੀ ਕੋਈ ਕੰਪਲੇਂਟਸ ਹੈਗੀਆਂ। ਸੋ ਬਿਲਕੁਲ ਐਜ਼ ਐਨ ਕੰਜ਼ਿਊਮਰ ਤੁਹਾਡੇ ਕੋਲ ਵੀ ਰਾਈਟਸ ਹੈਗੇ ਆ। ਤੁਸੀਂ ਆਪਣੇ ਐਡਵਾਈਜ਼ਰ ਨਾਲ ਜ਼ਰੂਰ ਇੱਕ ਬੈਠ ਕੇ ਗੱਲ ਕਰੋ। ਪਹਿਲਾਂ ਤਾਂ ਇਹ ਜ਼ਰੂਰ ਚੈੱਕ ਕਰੋ ਵੀ ਉਹਨਾਂ ਕੋਲ ਵਾਕਈ ਉਹ ਕੰਪਨੀ ਦੇ ਕੰਟਰੈਕਟਸ ਹੈਗੇ ਵੀ ਹੈ ਕਿ ਉਹ ਸਿਰਫ ਕਹਿਣ ਨੂੰ ਹੀ ਕੰਟਰੈਕਟਸ ਹੈਗੇ ਆ। ਸੈਕੰਡਲੀ ਇਹ ਵੀ ਜ਼ਰੂਰ ਦੇਖੋ ਜੀ ਵੀ ਓਕੇ ਉਹ ਕਿੰਨੀ ਦੇਰ 'ਚੋਂ ਇਸ ਫੀਲਡ 'ਚ ਹੈਗੇ ਆ, ਉਹ ਪਾਰਟ ਟਾਈਮ ਨੇ ਜਾਂ ਫੁੱਲ ਟਾਈਮ ਨੇ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਤੁਹਾਨੂੰ ਜਿੰਨੀ ਕਲੈਰਿਟੀ ਹੋਊਗੀ ਜੀ, ਹੁਣ ਜਦੋਂ ਤੁਸੀਂ ਕਿਤੇ ਜਾਂਦੇ ਹੋ, ਹੁਣ ਪ੍ਰੋਪਰ ਆਫਿਸ ਸੈਟਅਪ ਹੈਗਾ ਜੀ, ਬਿਲਕੁਲ ਤੁਸੀਂ ਇੱਕ ਟਿਕਾਣਾ ਬੰਦੇ ਦਾ ਤੁਹਾਨੂੰ ਪਤਾ ਵੀ ਉੱਥੇ ਮਿਲ ਸਕਦੇ ਨੇ। ਹੁਣ ਇਹ ਨਹੀਂ ਹੈਗਾ ਵੀ ਓਕੇ ਅਸੀਂ ਕਹਿਣਾ ਵੀ ਅੱਜ ਤੁਹਾਨੂੰ ਇੱਥੇ ਮਿਲਾਂਗੇ ਜੀ, ਕੱਲ ਤੁਹਾਨੂੰ ਫਲਾਣੇ ਟਿਮ ਹਾਰਟਨ ਤੇ, ਪਰਸੋਂ ਤੁਹਾਨੂੰ ਉੱਥੇ ਸਟਾਰਬਕਸ ਤੇ। ਇੱਥੇ ਜੋ ਤੁਹਾਡੇ ਕੋਲ ਡੈਡੀਕੇਟਡ ਸਪੇਸ ਹੈ, ਤੁਹਾਡੇ ਕੋਲ ਆਫਿਸ ਆ, ਕਲਾਇੰਟ ਵੀ ਉਹਨੇ ਕੰਫਰਟੇਬਲ ਫੀਲ ਕਰਦੇ ਆ ਵੀ ਸਾਨੂੰ ਪਤਾ ਵੀ ਉੱਥੇ ਕਿੱਥੇ ਜਾ ਕੇ ਉਹਨਾਂ ਨੂੰ ਮਿਲਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਬਹੁਤ ਮਾਇਨੇ ਰੱਖਦੀਆਂ। ਅੱਜ ਕੱਲ੍ਹ ਤਾਂ ਹੁਣ ਲੈਂਗੁਏਜ ਬੈਰੀਅਰ ਵੀ ਨਹੀਂ ਹੈਗਾ। ਹੁਣ ਇਹ ਹੈ ਕਿ ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ ਤਾਂ ਪੰਜਾਬੀ 'ਚ ਤੁਹਾਨੂੰ ਐਡਵਾਈਸ ਮਿਲੂਗੀ, ਹਿੰਦੀ ਸਮਝ ਆਉਂਦੀ ਹੈ ਹਿੰਦੀ 'ਚ ਐਡਵਾਈਸ ਮਿਲੂਗੀ, ਇੰਗਲਿਸ਼ ਸਮਝ ਆਉਂਦੀ ਹੈ ਇੰਗਲਿਸ਼ ਐਡਵਾਈਸ ਮਿਲੂਗੀ। ਸੋ ਇਹ ਸਾਰੀਆਂ ਚੀਜ਼ਾਂ ਪਲਾਨ ਇੰਸ਼ੋਰੈਂਸ ਤੇ ਅਵੇਲੇਬਲ ਹੈਗੀਆਂ ਨੇ। ਹੁਣ ਅਮਰਿੰਦਰ ਜੀ, ਬਹੁਤ ਸਾਰੇ ਲੋਕ ਇਹ ਵੀ ਸਵਾਲ ਪੁੱਛਦੇ ਨੇ, ਤੁਹਾਨੂੰ ਵੀ ਆਉਂਦੇ ਹੋਣਗੇ, ਅਸੀਂ ਸਾਡੀ ਇੰਟਰਵਿਊ ਜਦੋਂ ਹੁੰਦੀ ਹੈ, ਅਪਲੋਡ ਹੁੰਦੀ ਹੈ, ਉਹਦੇ ਥੱਲੇ ਵੀ ਬਹੁਤ ਸਾਰੇ ਕਮੈਂਟ ਆਉਂਦੇ ਨੇ ਕਿ ਕੋਈ ਰਾਈਟ ਟਾਈਮ ਹੈਗਾ ਕਿ ਪਾਲਿਸੀ ਇਸ ਟਾਈਮ ਦੇ ਉੱਤੇ ਖਰੀਦੀ ਜਾ ਸਕਦੀ ਹੈ? ਬਿਲਕੁਲ ਜੀ, ਦੇਖੋ ਰਾਈਟ ਟਾਈਮ ਉਹੀ ਹੈ ਜਦੋਂ ਤੁਹਾਡੀ ਸਿਹਤ ਠੀਕ ਹੈ, ਤੁਸੀਂ ਬਿਲਕੁਲ ਜਦੋਂ ਫਿੱਟ ਹੋ। ਸੋ ਕਈ ਵਾਰੀ ਦੇਖੋ ਜੀ, ਇਹ ਵੀ ਬਹੁਤ ਵਾਰੀ ਮੈਂ ਕਾਲ ਆਉਂਦੀ ਹੈ, ਮੈਂ ਹੁਣ 30 ਸਾਲ ਦਾ, ਮੈਂ ਤਾਂ ਬਿਲਕੁਲ ਫਿੱਟ ਹਾਂ, ਮੈਨੂੰ ਹਜੇ ਇੰਸ਼ੋਰੈਂਸ ਕਰਾਉਣ ਦੀ ਕੀ ਲੋੜ ਆ, ਵੀ ਮੈਨੂੰ ਕੋਈ ਇਸ਼ੂ ਨਹੀਂ ਹੈਗਾ। ਸੋ ਮੈਂ ਉਹਨਾਂ ਨੂੰ ਕਹਿੰਦਾ ਇਹੀ ਤੁਹਾਡਾ ਬੈਸਟ ਟਾਈਮ ਹੈ ਜੀ, ਕਿਉਂਕਿ ਹੁਣ ਸਾਰੀਆਂ ਕੰਪਨੀਆਂ ਨੇ ਦੌੜ ਲਾਣੀ ਵੀ ਸਾਨੂੰ ਇਹ ਬੰਦੇ ਦਾ ਬਿਜ਼ਨਸ ਮਿਲੇ, ਕਿਉਂਕਿ ਬਿਲਕੁਲ ਬੰਦੇ ਫਿੱਟ ਨੇ, ਉਹਨਾਂ ਨੂੰ ਤੁਹਾਨੂੰ ਪ੍ਰੀਮੀਅਮ ਵੀ ਵਧੀਆ ਮਿਲੇਗਾ, ਤੁਹਾਡੀ ਕਾਸਟ ਘੱਟ ਹੋਏਗੀ, ਤੁਹਾਨੂੰ ਵਧੀਆ ਪ੍ਰੋਡਕਟ ਮਿਲੇਗਾ। ਪਰ ਜਿੱਦਾਂ ਹੀ ਸਰੀਰ 'ਚ ਕੋਈ ਢਿੱਲ ਮੱਠ ਹੋਣੀ ਸ਼ੁਰੂ ਹੁੰਦੀ ਹੈ ਜੀ, ਕੋਈ ਹੁਣ ਤੁਹਾਡੀ BP ਆ ਗਿਆ, ਕੋਈ ਸ਼ੂਗਰ ਆ ਗਿਆ, ਤੁਹਾਨੂੰ ਕੋਈ ਡਾਇਬਟਿਕ, ਕੋਈ ਹੋਰ ਇਸ਼ੂਜ਼ ਆ ਗਏ, ਕੋਈ ਕੋਲੈਸਟਰੋਲ ਵੱਧ ਗਿਆ। ਸੋ ਹੁਣ ਉਹ ਚੀਜ਼ਾਂ ਜਿੱਦਾਂ ਵੱਧਦੀਆਂ ਜੀ, ਉਹਦੇ ਨਾਲ ਫਿਰ ਤੁਹਾਡੀ ਜਿਹੜੀ ਹੈ ਜਿੱਦਾਂ ਕੰਪਨੀਆਂ ਫਿਰ ਹੱਥ ਖਿੱਚਣਾ ਸ਼ੁਰੂ ਕਰ ਦਿੰਦੀਆਂ ਨੇ। ਫਿਰ ਜਿਹੜੀ ਚੀਜ਼ ਤੁਹਾਨੂੰ ਅੱਜ $50 'ਚ ਮਿਲਣੀ ਸੀ, ਹੋ ਸਕਦਾ ਕੰਪਨੀ ਕਹੇ ਅਸੀਂ ਤਾਂ ਤੁਹਾਨੂੰ ਹੁਣ $70 'ਚ ਦੇਵਾਂਗੇ ਜਾਂ $80 'ਚ ਦੇਵਾਂਗੇ। ਸੋ ਬਿਲਕੁਲ ਸਹੀ ਸਮਾਂ ਉਹੀ ਹੈ ਜੀ ਜਦੋਂ ਤੁਸੀਂ ਬਿਲਕੁਲ ਠੀਕ ਹੋ, ਬਿਲਕੁਲ ਫਿੱਟ ਹੋ, ਨਾਲੇ ਤੁਹਾਡੀ ਜ਼ਰੂਰਤ ਮੁਤਾਬਕ ਹੈ ਜੀ ਇਹ ਚੀਜ਼। ਸੋ ਇਹ ਨਹੀਂ ਗਾ ਵੀ ਓਕੇ ਵੀ ਮੈਂ ਉਹਨੇ ਫਲਾਣੇ ਨੇ $1 ਮਿਲੀਅਨ ਦੀ ਇੰਸ਼ੋਰੈਂਸ ਕਰਾਈ ਸੀ ਵੀ ਮੈਂ ਵੀ $1 ਮਿਲੀਅਨ ਦੀ ਹੀ ਕਰਾਣੀ ਹੈ। ਹੁਣ ਜੇ ਤੁਹਾਡੀ ਲਾਇਬਿਲਿਟੀ ਜਾਂ ਤੁਹਾਡੀ ਜ਼ਰੂਰਤ 5 ਲੱਖ ਦੀ ਹੈ ਤਾਂ ਤੁਸੀਂ 5 ਲੱਖ ਦੀ ਇੰਸ਼ੋਰੈਂਸ ਕਰਾਓ, ਜੇ ਤੁਹਾਡੀ 1.5 ਮਿਲੀਅਨ ਦੀ ਹੈ ਤਾਂ ਤੁਸੀਂ 1.5 ਮਿਲੀਅਨ ਦੀ ਕਰਾਓ। ਸੋ ਹਮੇਸ਼ਾ ਜਿਹੜੀਆਂ ਵੀ ਚੀਜ਼ਾਂ ਆਪਾਂ ਜਦੋਂ ਗੱਲ ਕਰਦੇ ਹਾਂ ਜੀ, ਖਾਸ ਕਰਕੇ ਇੰਸ਼ੋਰੈਂਸ ਪ੍ਰੋਡਕਟਸ ਦੀਆਂ, ਮੈਂ ਬਾਰ-ਬਾਰ ਤੁਸੀਂ ਇਹ ਸੁਣੋਗੇ ਜੀ ਮੇਰੇ ਤੋਂ ਕਿ ਇਹ ਤੁਹਾਡੀ ਜ਼ਰੂਰਤ ਮੁਤਾਬਕ ਹੋਣੀ ਚਾਹੀਦੀਆਂ, ਨਾ ਹੀ ਕਿਸੇ ਦੇਖਾ ਦੇਖੀ ਦੇ, ਨਾ ਹੀ ਕਿਸੇ ਐਡਵਾਈਜ਼ਰ ਦੇ ਹਿਸਾਬ ਨਾਲ। ਉਹ ਐਡਵਾਈਜ਼ਰ ਤੁਹਾਨੂੰ ਗਾਈਡ ਕਰਨ ਵਾਸਤੇ ਹੈ ਵੀ ਓਕੇ ਅਸੀਂ ਆਹ ਫਲਾਣੀ ਕੰਪਨੀਜ਼ ਨੇ ਜੀ, ਆਹ ਪ੍ਰੋਡਕਟਸ ਨੇ, ਤੁਹਾਡੀ ਜ਼ਰੂਰਤ ਮੁਤਾਬਕ ਤੁਹਾਨੂੰ ਆਹ ਪ੍ਰੋਡਕਟ ਤੁਹਾਡੇ ਵਾਸਤੇ ਫਿੱਟ ਬੈਠਦਾ। ਪਰ ਅਲਟੀਮੇਟ ਡਿਸੀਜਨ ਜਿਹੜਾ ਤੁਹਾਡਾ ਹੋਣਾ ਚਾਹੀਦਾ, ਬਗੈਰ ਕਿਸੇ ਪ੍ਰੈਸ਼ਰ ਦੇ ਤੇ ਬਗੈਰ ਕਿਸੇ ਵੀ ਓਕੇ ਜੀ ਸਾਨੂੰ ਤਾਂ ਉਹਨੇ ਕਿਹਾ ਸੀ ਵੀ ਉਹੀ ਕਰਾਉਣੀ ਹੈ, ਉਹ ਚੀਜ਼ ਤੋਂ ਬਚੋ। ਤੁਸੀਂ ਆਪ ਆਪਣਾ ਸਮਝ ਕੇ ਤੇ ਆਪਣਾ ਪ੍ਰੋਪਰ ਪਲਾਨ ਜਿਹੜਾ ਉਹਨੂੰ ਡਿਜ਼ਾਈਨ ਕਰਵਾਓ ਅਕੋਰਡਿੰਗ ਟੂ ਯੂਰ ਹੈਲਥ ਕੰਡੀਸ਼ਨ ਐਜ਼ ਵੈਲ। ਇਹ ਹੈ ਕਿ ਹੋ ਸਕਦਾ ਹੈ ਕਿ ਤੁਸੀਂ ਯੰਗ ਹੈ ਪਰ ਫਿਰ ਵੀ ਤੁਹਾਨੂੰ ਕੋਈ ਕੰਡੀਸ਼ਨ ਹੈ, ਜਾਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੁਝ ਤੁਸੀਂ ਮੈਡੀਸਨ ਖਾਂਦੇ ਆ, ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ, ਕਿਉਂਕਿ ਹਮੇਸ਼ਾ ਮੈਡੀਕਲ ਚੈੱਕਅਪ ਹੁੰਦਾ। ਸੋ ਸਮਟਾਈਮਸ ਕਈ ਵਾਰੀ ਲੋਕ ਕੀ ਕਰਦੇ ਆ ਕਿ ਦੱਸਦੇ ਨਹੀਂ ਹੈਗੇ ਜਾਂ ਕੋਈ ਚੀਜ਼ ਲੁਕੋ ਲੈਂਦੇ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਦਾ ਹੀ ਭੁਗਤਾਨ ਕਰਨਾ ਪੈਂਦਾ, ਕਿਸੇ ਦਾ ਕੁਝ ਨਹੀਂ ਚਾਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਟ੍ਰਾਂਸਪੇਰੈਂਸੀ, ਜੇ ਤੁਸੀਂ ਚਾਹੁੰਦੇ ਆ ਕਿ ਐਡਵਾਈਜ਼ਰ ਦੇ ਵੱਲੋਂ ਹੋਵੇ ਤਾਂ ਜਿਨ੍ਹਾਂ ਨੇ ਬਾਏ ਕਰਨਾ ਪ੍ਰੋਡਕਟ ਉਹਨਾਂ ਵੱਲੋਂ ਵੀ ਟ੍ਰਾਂਸਪੇਰੈਂਸੀ ਪੂਰੀ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਸੋ ਦੇਖੋ, ਜੇ ਤੁਸੀਂ ਕੋਈ ਵੀ ਚੀਜ਼ ਲਗਾਓਗੇ, ਜਿੱਦਾਂ ਤੁਸੀਂ ਕਿਹਾ ਅਰਸ਼ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਤੁਸੀਂ ਆਪਣਾ ਨੁਕਸਾਨ ਆਪ ਹੀ ਕਰ ਰਹੇ ਹੋ। ਸੋ ਜੋ ਖਾਸ ਕਰਕੇ ਜਿਹੜੇ ਮੈਂ ਦੇਖਦਾ ਜੀ, ਜਦੋਂ ਕੋਈ ਵਿਜ਼ਟਰ ਵੀਜ਼ਾ ਤੇ ਆਉਂਦੇ ਆ ਜਾਂ ਕੋਈ ਸੁਪਰ ਵੀਜ਼ਾ ਤੇ ਆਉਂਦੇ ਨੇ ਨਾ, ਕਈ ਵਾਰੀ ਉਹ ਕਹਿੰਦੇ ਵੀ ਅਸੀਂ ਮਹੀਨੇ ਲਈ ਚੱਲੇ ਆ ਜਾਂ 2 ਮਹੀਨੇ ਲਈ ਚੱਲੇ ਆ, ਕੁਛ ਨਹੀਂ ਹੋਣ ਲੱਗਾ, ਮੈਂ ਕੱਲ ਨਹੀਂ ਦੱਸਣਾ ਆ ਵੀ ਮੈਨੂੰ ਉੱਦਾਂ ਦਾ $200 ਦੀ ਮਿਲਦੀ ਹੈ, ਜੇ ਮੈਂ ਦੱਸਦਾ ਆ ਵੀ ਮੈਂ ਸ਼ੂਗਰ ਦੀ ਗੋਲੀ ਵੀ ਖਾ ਰਿਹਾ ਜਾਂ ਮੈਂ BP ਦੀ ਵੀ ਖਾ ਰਿਹਾ, ਉਹੀ ਮੈਨੂੰ $200 ਦੀ ਬਜਾਏ ਹੁਣ ਮੈਨੂੰ $300 ਦੀ ਪੈਣੀ ਹੈ। ਸੋ ਉਹ $100, $150, $200 ਬਚਾਉਣ ਦੇ ਚੱਕਰ 'ਚ ਕਈ ਵਾਰੀ ਆਪਾਂ ਉਹ ਡਿਸਕਲੋਜ਼ ਨਹੀਂ ਕਰਦੇ। ਹੁਣ ਜਦੋਂ ਆਪਾਂ ਡਿਸਕਲੋਜ਼ ਨਹੀਂ ਕਰਦੇ ਜੀ, ਇੱਥੇ ਆ ਕੇ ਹੁਣ ਇਹ ਤਾਂ ਕੋਈ ਗਰੰਟੀ ਹੈ ਨਹੀਂ ਗੀ ਵੀ ਤੁਸੀਂ ਮਹੀਨੇ ਲਈ ਆਏ ਹੋ ਵੀ ਮਹੀਨੇ 'ਚ ਕੁਛ ਵੀ ਨਹੀਂ ਹੋਣਾ, ਰਾਈਟ। ਮਕਸਦ ਹਮੇਸ਼ਾ ਹੀ ਹੁੰਦਾ ਜੀ ਅਸੀਂ ਕਿਸੇ ਨੂੰ ਡਰਾਉਣਾ ਨਹੀਂ, ਪਰ ਤੁਹਾਨੂੰ ਸਮਝਾਉਣਾ ਆ ਵੀ ਜੇ ਆਪਾਂ ਇਹ ਚੀਜ਼ਾਂ ਕੁਛ ਕਰਦੇ ਹਾਂ, ਕੋਈ ਚੀਜ਼ ਲੁਕਾਉਂਦੇ ਹਾਂ, ਇੱਥੇ ਆ ਕੇ ਕਿਸੇ ਰੀਜ਼ਨ ਕਰਕੇ ਹੁਣ ਤੁਹਾਡੀ ਉਹੀ ਮੈਡੀਕਲ ਕੰਡੀਸ਼ਨ ਜਿਹੜੀ ਤੁਸੀਂ ਲੁਕੋਈ ਸੀ, ਉਹ ਇੱਥੇ ਆ ਕੇ ਕੋਈ ਤੁਹਾਨੂੰ ਐਮਰਜੈਂਸੀ ਪੈ ਗਈ ਹੈ, ਹੁਣ ਤੁਸੀਂ ਉੱਥੇ ਆਪਣੀ ਪਾਲਿਸੀ 'ਤੇ ਡਿਸਕਲੋਜ਼ ਨਹੀਂ ਕੀਤਾ ਵੀ ਮੈਨੂੰ ਇਹ ਕੰਡੀਸ਼ਨ ਹੈਗੀ ਹੈ, ਤੁਹਾਡਾ ਜਿਹੜਾ ਕਲੇਮ ਹੈ ਹੁਣ ਉੱਥੇ ਹੋ ਸਕਦਾ $10,000, $20,000, $50,000 ਲੱਗ ਜਾਏ, ਉਹ ਤੁਹਾਡਾ ਕਲੇਮ ਡਿਨਾਈ ਹੋ ਜਾਂਦਾ ਜੀ। ਸੋ ਇਸ ਚੀਜ਼ ਤੋਂ ਬਚੋ।
ਹਮੇਸ਼ਾ ਜਿਹੜੇ ਵੀ ਤੁਸੀਂ ਪ੍ਰੋਡਕਟ ਲੈਣਾ, ਚਾਹੇ ਕੋਈ ਵਿਜ਼ਟਰ ਆ, ਚਾਹੇ ਕੋਈ ਸੁਪਰ ਵੀਜ਼ਾ ਤੇ ਆ, ਜਾਂ ਕੋਈ ਵੀ ਇੰਸ਼ੋਰੈਂਸ ਪਲਾਨ ਆ, ਜੇ ਤੁਹਾਨੂੰ ਕੋਈ ਹੈਲਥ ਕੰਡੀਸ਼ਨ ਆ ਜ਼ਰੂਰ ਉਹਨੂੰ ਡਿਸਕਲੋਜ਼ ਕਰੋ। ਲੁਕਾਉਣ ਦੀ ਉਹਨੂੰ ਕੋਈ ਲੋੜ ਨਹੀਂ। $100-200 ਜੇ ਵੱਧ ਵੀ ਪੈ ਜਾਂਦਾ, ਤੁਹਾਡੇ ਕੋਲ ਪੀਸ ਆਫ ਮਾਈਂਡ ਹੈਗਾ ਵੀ ਕੱਲ੍ਹ ਨੂੰ ਜੇ ਕੋਈ ਐਮਰਜੈਂਸੀ ਪੈ ਗਈ ਤਾਂ ਤੁਹਾਨੂੰ ਇੱਧਰ ਉੱਧਰ ਦੇਖਣ ਦੀ ਫਿਰ ਲੋੜ ਨਹੀਂ ਪੈਂਦੀ। ਬਿਲਕੁਲ, ਯੂ ਨੈਵਰ ਨੋ ਕਿ ਕੱਲ੍ਹ ਨੂੰ ਕਿਹੜੀ ਕੰਡੀਸ਼ਨ ਆ ਜਾਵੇ। ਸੋ ਜੇ ਤੁਹਾਨੂੰ ਕੋਈ ਵੀ ਕੁਐਸਚਨ ਦੀ ਲੋੜ ਹੈਗੀ ਹੈ, ਜਾਂ ਕਹਿ ਸਕਦੇ ਕੋਈ ਵੀ ਦਿਮਾਗ ਦੇ ਵਿੱਚ ਸਵਾਲ ਹੈਗਾ, ਤਾਂ ਅਮਰਿੰਦਰ ਜੀ ਨੂੰ ਫੋਨ ਕੀਤਾ ਜਾ ਸਕਦਾ, ਪਲਾਨ ਇੰਸ਼ੋਰੈਂਸ ਫੋਨ ਕੀਤਾ ਜਾ ਸਕਦਾ, ਤੇ ਇਹ ਤੁਹਾਨੂੰ ਪੂਰੀ ਤਰ੍ਹਾਂ ਗਾਈਡ ਕਰਨਗੇ ਕਿ ਤੁਹਾਨੂੰ ਕਿਹੜਾ ਪ੍ਰੋਡਕਟ ਵਧੀਆ ਲੱਗੂਗਾ। ਕਈ ਵਾਰੀ ਹੁੰਦਾ ਕਿ ਸਾਨੂੰ ਨੌਲੇਜ ਹੀ ਨਹੀਂ, ਜ਼ੀਰੋ ਨੌਲੇਜ ਆ, ਪਰ ਮੈਨੂੰ ਲੱਗਦਾ ਕਿ ਅੱਧੇ ਐਡਵਾਈਜ਼ਰ ਬਣਾ ਕੇ ਤੁਸੀਂ ਭੇਜਦੇ ਆ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈਗੀਆਂ ਨੇ। ਸੋ ਅਮਰਿੰਦਰ ਜੀ, ਅੱਜ ਤੁਸੀਂ ਟਾਈਮ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਵਿਊਅਰਸ ਨੂੰ ਜਾਂਦੇ ਜਾਂਦੇ ਕੁਝ ਕਹਿਣਾ ਚਾਹੋ, ਮੈਸੇਜ ਦੇਣਾ ਚਾਹੋ, ਕੀ ਹੋਊਗਾ? ਹਾਂਜੀ, ਵਿਊਅਰਸ ਨੂੰ ਮੈਂ ਇਹੀ ਰਿਕੁਐਸਟ ਕਰਦਾ ਜੀ, ਜਿੱਦਾਂ ਆਪਾਂ ਸ਼ੁਰੂ 'ਚ ਕੀਤਾ ਸੀਗਾ ਕਿ ਬੇਸਿਕਲੀ ਕੋਈ ਵੀ ਜਿਹੜੀ ਤੁਸੀਂ ਇੰਸ਼ੋਰੈਂਸ ਜੇ ਤੁਹਾਡੇ ਕੋਲ ਆਲਰੇਡੀ ਹੈਗੀ ਹੈ ਤੇ ਤੁਸੀਂ ਜ਼ਰੂਰ ਉਸ ਚੀਜ਼ ਨੂੰ ਰਿਵਿਊ ਜ਼ਰੂਰ ਕਰੋ, ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਕੋਲ ਜਿਹੜਾ ਵੀ ਇੰਸ਼ੋਰੈਂਸ ਪਲਾਨ ਆ ਉਹ ਤੁਹਾਡੇ ਵਾਸਤੇ ਕਿੱਦਾਂ ਕੰਮ ਆ ਸਕਦਾ। ਕੱਲ੍ਹ ਨੂੰ ਜੇ ਲੋੜ ਪਈ ਉਹ ਪਲਾਨ ਤੁਹਾਡੇ ਵਾਸਤੇ ਸਹੀ ਵੀ ਹੈਗਾ ਕਿ ਨਹੀਂ ਹੈਗਾ। ਸੋ ਆਪਣੀ ਪਾਲਿਸੀ ਜ਼ਰੂਰ ਰਿਵਿਊ ਕਰੋ। ਬਾਕੀ ਜੇ ਕੋਈ ਵੀ ਕੁਐਸਚਨ ਹੈਗਾ ਜੀ, planinsurance.ca ਦੀ ਵੈਬਸਾਈਟ 'ਤੇ ਜਾ ਸਕਦੇ ਹੋ, ਜਾਂ ਡਾਇਰੈਕਟਲੀ ਮੈਨੂੰ ਕਾਲ ਕੀਤੀ ਜਾ ਸਕਦੀ ਹੈ 6043632200 ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ once again. Keep up the good work. ਥੈਂਕ ਯੂ ਜੀ। ਅੱਜ ਅਸੀਂ ਪਹੁੰਚੇ ਹੋਏ ਸੀ ਪਲਾਨ ਇੰਸ਼ੋਰੈਂਸ। ਅਮਰਿੰਦਰ ਨੱਡਾ ਜੀ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਕਿ ਇੰਸ਼ੋਰੈਂਸ ਕਿੰਨੀ ਜ਼ਰੂਰੀ ਹੈ, ਕਿਸ ਤਰ੍ਹਾਂ ਦੇ ਨਾਲ ਇੰਸ਼ੋਰੈਂਸ ਲਈ ਜਾ ਸਕਦੀ ਹੈ, ਕਿਹੜੀਆਂ ਇਹਦੇ ਵਿੱਚ ਟਰਮਸ ਹੁੰਦੀਆਂ ਨੇ, ਕੀ ਕੁਝ ਹੋਰ ਇਨਵੋਲਵ ਹੈਗਾ। ਬਹੁਤ ਸਾਰੀ ਇਨਫੋਰਮੇਸ਼ਨ ਹੈ, ਇਹਦੇ ਲਈ ਬਹੁਤ ਟਾਈਮ ਕੱਢ ਕੇ ਬੈਠਣਾ ਪੈਣਾ, ਬੈਠ ਕੇ ਆਪਣੀਆਂ ਰਿਕੁਆਇਰਮੈਂਟਸ ਦੱਸਣੀਆਂ ਪੈਣੀਆਂ, ਤੇ ਸਭ ਤੋਂ ਵੱਡੀ ਗੱਲ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਇੰਸ਼ੋਰੈਂਸ ਬਹੁਤ ਲਾਜ਼ਮੀ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਕ੍ਰਿਟੀਕਲ ਡਿਸੇਬਿਲਿਟੀ, RESP, ਮੌਰਗੇਜ ਇੰਸ਼ੋਰੈਂਸ, ਤਰ੍ਹਾਂ ਦੀ ਮੌਰਗੇਜ ਇੰਸ਼ੋਰੈਂਸ ਜਿਹੜੀ ਉਹ ਮਿਲਦੀ ਹੈ। ਸੋ ਉਹ ਇੰਸ਼ੋਰੈਂਸਸ ਤੁਸੀਂ ਜਿਹੜੀਆਂ ਉਹ ਲੈ ਸਕਦੇ ਆ। ਤੇ ਜੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਆ, ਕੋਈ ਵੀ ਸਵਾਲ ਦਿਮਾਗ ਦੇ ਵਿੱਚ ਹੈ, ਤਾਂ ਪਲਾਨ ਇੰਸ਼ੋਰੈਂਸ ਨੂੰ ਕਾਲ ਕੀਤਾ ਜਾ ਸਕਦਾ 604-363-2200, 604-363-2200 ਤੇ ਇਹ ਲੋਕੇਟਡ ਹੈ ਯੂਨਿਟ 1A, 7711 ਸਟਰੀਟ, ਸਰੀ। ਤੁਸੀਂ ਵਿਜ਼ਿਟ ਕਰ ਸਕਦੇ ਆ, ਅਪਾਇੰਟਮੈਂਟ ਬਣਾ ਸਕਦੇ ਆ। ਕੋਈ ਵੀ ਸਵਾਲ ਹੈ ਤਾਂ ਉਹਦਾ ਜਵਾਬ ਇਹਨਾਂ ਤੋਂ ਮਿਲ ਸਕਦਾ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।